ਵਾਹਿਗੁਰੂ 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 ਨਾਮ ਜਹਾਜ ਹੈ, ਚੜੇ ਸਭ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਰਮ ਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸਭ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰੂ ਪਰਮ ਤਾਰਨ ਹਾਰ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਆਜੁਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜਗਾਦ ਸਚ, ਹੈ ਪੀ ਸਚ ਨਾਨਕ ਹੋਸੀ ਪੀ ਸਚ। ਸੋਚੈ ਸੋਚ ਨ ਹੋਵੀ, ਜੇ ਸੋਚੀ ਲਖਵਾਰ। ਚੁਪੈ ਚੁਪ ਨ ਹੋਵੀ, ਜੇ ਲਾਏ ਰਹਾਲ ਅਵਤਾਰ। ਭੁਖਿਆ ਭੁਖ ਨ ਉਤਰੀ, ਜੇ ਬੰਨਾ ਪੁਰੀਆਂ ਪਾਰ। ਸਹਿ ਸਿਆਣਪਾ ਲੱਖ ਹੋਵੈ, ਤਾਂ ਇੱਕ ਨ ਚੱਲੇ ਨਾਲ। ਕਿ ਵਿਸਚਾਰਾ ਹੋਈਐ, ਕਬ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗਿਕ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਤਰਸ ਪਿਆ ਮੈਂ ਰਾਮ ਤੋਈ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਧੀਵੇ ਹਰਿਆ। ਗੁਰ ਸਤਿਗੁਰ ਕਾਜੂ ਸਿੱਖ ਅਖਾਏ। ਸੋ ਭਲ ਕੇ ਉਠ ਹਰ ਨਾਮ ਤੇ ਆਵੈ। ਉਦਮ ਕਰੇ ਭਲ ਕੇ ਪਰਵਾਤੀ, ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲ ਵਿਖ ਪਾਪ ਦੁਖ ਲੈ ਜਾਵੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਿਸਨੂੰ ਦਿਆਲ ਹੋਵੇ ਮੇਰਾ ਸਮਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਤੂੜ ਮੰਗੇ, ਤਿਸ ਗੁਰ ਸਿੱਖ ਕੀ। ਜੋ ਆਪ ਜਪੈ ਅਵਰੈ ਨਾਮ ਜਪਾਵੈ। ਦੱਦੇ ਦੋਚ ਨ ਦੇਹੁ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਚ ਨ ਦੀਜੈ ਅਵਰ ਜਣਾ। ਜਿਨੀ ਨਾਮ ਧਿਆਇਆ, ਗਏ ਮਸ਼ੱਕਤ ਕਾਲ।
नानक ते मुखी उजला केती छुट्टी नाल। जिन्नी नाम ते आया गए मशक्कत काल। नानक ते मुखी उजला केती छुट्टी नाल। वाहिगुरु। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਲਗਾਤਾਰ ਗੁਰੂ ਸ਼ਬਦ ਵਿਚਾਰ ਚੱਲਦੀ ਆ ਰਹੀ ਹੈ। ਆਓ ਗੁਰਮੁਖ ਪਿਆਰੋ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਕਿਰਪਾ ਕਰਨ ਕਿ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਵਿਚਾਰ ਕਰਕੇ ਗੁਰੂ ਦਾ ਸ਼ਬਦ ਆਪਣੇ ਹਿਰਦਿਆਂ 'ਚ ਵਸਾਈਏ, ਗੁਰੂ ਵਾਲੇ ਬਣ ਜਾਈਏ। ਗੁਰੂ ਦੀ ਮੱਤ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਇਸ ਰਹਿੰਦੀ ਦੁਨੀਆ 'ਤੇ ਸਾਡੇ ਤੋਂ ਇਸ ਤਰ੍ਹਾਂ ਦੇ ਕਾਰੋਬਾਰ, ਕਾਰ ਵਿਹਾਰ, ਕਰਮ ਕਰਵਾਉਣ ਜੋ ਕਿ ਪ੍ਰਮਾਤਮਾ ਨੂੰ ਚੰਗੇ ਲੱਗਣ, ਤਾਂ ਕਿ ਸਾਡਾ ਇਹ ਮਿੱਟੀ ਦਾ ਪੁਤਲਾ ਪਾਪੀ ਹਿਰਦਾ ਗੁਰੂ ਚਰਨਾਂ ਜੁੜ ਕੇ ਸੰਸਾਰ 'ਤੇ ਆਇਆ ਸਫਲ ਹੋ ਜਾਵੇ। ਆਓ ਗੁਰਮੁਖ ਪਿਆਰੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਜੋ ਕਿ ਲਗਾਤਾਰ ਆਸਾ ਦੀ ਵਾਰ ਦੀ ਗੁਰਬਾਣੀ ਦੀ ਵਿਚਾਰ ਚੱਲਦੀ ਆ ਰਹੀ ਹੈ। ਅੱਜ ਦੇ ਇਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਨੇ ਸਾਨੂੰ ਕੀ ਸਮਝਾਉਣਾ ਕੀਤਾ ਹੈ। ਅੱਜ ਦਾ ਜੋ ਸ਼ਬਦ ਹੈ, ਸ਼ਲੋਕ ਮਹੱਲਾ ਪਹਿਲਾ। ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਮਖਾਰ ਬਿੰਦ ਵਿੱਚੋਂ ਆਚਾਰਨ ਕੀਤਾ ਗਿਆ ਇਹ ਗੁਰੂ ਦਾ ਸ਼ਬਦ ਹੈ ਜੋ ਕਿ ਸਾਨੂੰ ਪ੍ਰਮਾਤਮਾ ਦੇ ਪ੍ਰਥਾएं ਕੀ ਸਮਝਾਉਣਾ ਕਰਦੇ ਨੇ। ਆਓ ਗੁਰਮੁਖ ਪਿਆਰੋ, ਪਹਿਲਾਂ ਗੁਰਮਰਜ਼ਾਦਾ ਦੇ ਅਨੁਸਾਰ ਗੁਰਬਾਣੀ ਪਾਠ ਪੜ੍ਹ ਲਈਏ ਤਾਂ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਚੰਗੀ ਤਰ੍ਹਾਂ ਸਮਝ ਲੱਗ ਜਾਵੇ, ਸਾਡੀ ਸਮਝ ਵਿੱਚ ਪੈ ਜਾਵੇ ਗੁਰੂ ਦਾ ਸ਼ਬਦ। ਆਓ ਗੁਰਮੁਖ ਪਿਆਰੋ, ਗੁਰਬਾਣੀ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਤ। ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਪੜ ਪੜ ਗੱਡੀ ਲੱਦੀਐ, ਪੜ ਪੜ ਭਰੀਐ ਸਾਤ। ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ। ਪੜੀਐ ਜੇਤੇ ਬਰਸ ਬਰਸਾ, ਪੜੀਐ ਜੇਤੇ ਮਾਸ। ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੇ ਇੱਕ ਗਾਲਾ, ਹੋਰ ਹਉਮੈ ਚਖਣਾ ਚਾਕ। ਪੜੀਐ ਜੇਤੀ ਆਰਜਾ, ਪੜੀਐ ਜੇਤੇ ਸਾਸ। ਨਾਨਕ ਲੇਖੇ ਇੱਕ ਗਾਲਾ, ਹੋਰ ਹਉਮੈ ਚਖਣਾ ਚਾਕ। ਵਾਹਿਗੁਰੂ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ, ਆਸਾ ਦੀ ਵਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਮੁਖਾਰ ਬਿੰਦ ਵਿੱਚ ਉਚਾਰਨ ਕੀਤੀ ਗਈ ਗੁਰਬਾਣੀ ਜੋ ਆਪਾਂ ਗੁਰਬਾਣੀ ਪਾਠ ਪੜ੍ਹਿਆ ਹੈ, ਸਰਵਣ ਕੀਤਾ ਹੈ। ਆਓ ਗੁਰਮੁਖ ਪਿਆਰੋ, ਗੁਰੂ ਸਵਾਰਿਓ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ। ਅਸੀਂ ਗੁਰੂ ਪ੍ਰਮਾਤਮਾ ਪਰਮੇਸ਼ਰ ਅੱਗੇ ਅਰਦਾਸ, ਬੇਨਤੀ, ਪ੍ਰਾਰਥਨਾ ਕਰਿਆ ਕਰੀਏ ਕਿ ਸੱਚੇ ਪਾਤਸ਼ਾਹ
ਗੁਰਬਾਣੀ ਦੀ ਵਿਚਾਰ ਸਾਡੇ ਪਾਪੀ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ, ਸਾਡਾ ਜੀਵਨ ਗੁਰਬਾਣੀ ਨਾਲ ਜੁੜ ਜਾਵੇ, ਅਸੀਂ ਇਸ ਸੰਸਾਰ 'ਤੇ ਆਏ ਕਿਤੇ ਨਾ ਕਿਤੇ ਸਫਲ ਹੋ ਜਾਈਏ। ਗੁਰੂ ਸਾਹਿਬ ਜੀ ਸਾਡੇ 'ਤੇ ਕੀ ਕਿਰਪਾ ਕਰ ਰਹੇ ਨੇ। ਅੱਜ ਜੋ ਪੜ੍ਹਨ ਦਾ ਵੀ ਆਪਾਂ ਜ਼ਿਆਦਾਤਰ ਪ੍ਰਮਾਤਮਾ ਕਿਰਪਾ ਕਰੇ ਇਹ ਸਾਨੂੰ ਆਦਤ ਪੈ ਜਾਵੇ ਗੁਰਬਾਣੀ ਪੜ੍ਹਨ ਦੀ। ਹੋਰ ਬੜੀਆਂ ਚੀਜ਼ਾਂ ਅਸੀਂ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਨੇ ਅੱਜ ਦਾ ਜਿਹੜਾ ਸਮਝਾਉਣ ਦਾ ਤਰੀਕਾ ਹੈ ਸਾਨੂੰ ਪ੍ਰਮਾਤਮਾ ਦੀ ਪ੍ਰਥਾएं ਕਿ ਬੰਦਿਆ ਪ੍ਰਮਾਤਮਾ ਸਾਡੇ 'ਤੇ ਕਿਰਪਾ ਕਰੇ, ਸਾਨੂੰ ਸਮਝ ਆ ਜਾਵੇ ਪ੍ਰਮਾਤਮਾ ਦੀ ਪ੍ਰਥਾएं ਕਿ ਦੁਨੀਆ ਬਹੁਤ ਕੁਛ ਪੜ੍ਹਦੀ ਹੈ। ਅੱਜ ਤੇ ਹੱਦ ਤੋਂ ਹੀ ਵੱਧ ਲੰਘ ਗਿਆ, ਕੰਮ ਸਿਸਟਮ ਖਰਾਬ ਹੋ ਗਿਆ। ਗੁਰੂ ਸਾਹਿਬ ਜੀ ਨੇ ਵੈਸੇ ਜਿਹੜੀ ਗੱਲ ਕੀਤੀ ਹੈ ਬਾਣੀ ਪੜ੍ਹਨ ਦੀ, ਦੁਨੀਆ ਦੇ ਧਰਮ ਗ੍ਰੰਥ ਪੜ੍ਹਨ ਦੀ ਗੱਲ ਕੀਤੀ ਹੈ ਕਿ ਪੜ੍ਹਿਆ ਵੀ ਬੰਦਿਆ ਕੁਛ ਨਹੀਂ ਬਣਨਾ, ਸੁਣਿਆ ਮੰਨਿਆ ਮਨ ਕੀਤਾ ਭਾਉ। ਬਾਬਾ ਨਾਨਕ ਕਹਿੰਦਾ ਨਾ, ਪੜ੍ਹ ਲਿਆ ਤੂੰ, ਪੜ੍ਹ ਲਿਆ ਪਰ ਸੁਣਿਆ ਨਹੀਂ। ਜੇ ਸੁਣਿਆ ਨਹੀਂ ਤੇ ਮੰਨੇਗਾ ਕਿੱਥੇ। ਆ ਕਈ ਵਾਰ ਨਾ ਘਰਾਂ 'ਚ ਬਜ਼ੁਰਗ, ਕਈ ਵਾਰ ਘਰਾਂ ਦੇ ਵਿੱਚ ਬਜ਼ੁਰਗ ਆ, ਕੋਈ ਬੱਚਾ ਉਹਨਾਂ ਦੀ ਗੱਲ 'ਤੇ ਉਹ ਆਵਾਜ਼ ਮਾਰ ਕੇ ਕਹਿਣ ਵੀ ਭਾਈ ਆ ਸੁਣ ਲਾ, ਮੇਰੀ ਗੱਲ ਸੁਣ ਲਾ, ਤੂੰ ਇਸ ਤਰ੍ਹਾਂ ਕਰ। ਉਹ ਸੁਣ ਤਾਂ ਲਵੇ ਪਰ ਕਰੇ ਨਾ ਜਿਵੇਂ ਉਹਨੇ ਕਿਹਾ ਹੈ। ਤੇ ਫਿਰ ਬਜ਼ੁਰਗ ਪਤਾ ਕੀ ਕਹਿੰਦੇ ਨੇ, ਓਏ ਤੂੰ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ, ਮੇਰੀ ਗੱਲ ਤੂੰ ਸੁਣਦਾ ਹੀ, ਸੁਣ ਤੇ ਲਈ ਪਰ ਮੰਨੀ ਨਹੀਂ। ਇਵੇਂ ਬਾਬਾ ਨਾਨਕ ਕਹਿੰਦਾ ਕਿ ਬੰਦਿਆ ਤੂੰ ਗੁਰਬਾਣੀ ਪੜ੍ਹ ਤੇ ਲਈ ਪਰ ਸੁਣੀ ਨਹੀਂ, ਜੇ ਸੁਣ ਲਈ ਤੇ ਇਸ ਮਾਰਗ ਤੇ ਨਹੀਂ ਚੱਲਿਆ। ਅੱਜ ਬਾਬਾ ਨਾਨਕ ਇਸ ਬਾਰੇ ਸਾਨੂੰ ਕੀ ਸਮਝਾਉਣਾ ਕਰਦੇ ਨੇ, ਆਓ ਗੁਰਮੁਖ ਪਿਆਰੋ ਗੁਰੂ ਸ਼ਬਦ ਵਿਚਾਰ ਨਾਲ ਜੁੜੀਏ ਤੇ ਪ੍ਰਮਾਤਮਾ ਸਾਡੇ ਤੇ ਕਿਰਪਾ ਕਰ ਦੇਵੇ ਕਿ ਗੁਰੂ ਸ਼ਬਦ ਦੀ ਵਿਚਾਰ ਸਾਡੇ ਤੇ ਹਿਰਦਿਆਂ 'ਚ ਵਸ ਜਾਵੇ, ਸਾਡਾ ਜੀਵਨ ਸੋਹਣਾ ਬਣ ਜਾਵੇ। ਗੁਰੂ ਸਾਹਿਬ ਜੀ ਕਹਿ ਰਹੇ ਨੇ, ਸ਼ਲੋਕ ਮਹੱਲਾ ਪਹਿਲਾ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਪੜ੍ਹ ਪੜ੍ਹ ਗੱਡੀ ਲੱਦੀਐ। ਵੀ ਜਿਵੇਂ ਇਹ ਗੱਡੀ ਲੱਦੀਏ ਦਾ ਮਤਲਬ ਹੈ ਵੀ ਆਪਣੇ ਸਰੀਰ 'ਚ ਪੜ੍ਹ ਤਾਂ ਤੂੰ ਬਹੁਤ ਲਿਆ, ਬੜੀਆਂ ਗੱਡੀਆਂ ਪੜ੍ਹ ਲਈਆਂ। ਇਹ ਵੀ ਕਈ ਵਾਰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਮੈਂ 2 ਵਾਰਾਂ 4 ਵਾਰਾਂ 10 ਵਾਰਾਂ ਮੈਂ ਹਰ ਮਹੀਨੇ 1 ਵਾਰੀ ਭੋਗ ਪਾਉਣਾ। ਗੁਰੂ ਸਾਹਿਬ ਜੀ ਕਹਿੰਦੇ ਇਹ ਗੱਡੀ ਲੱਦਣ ਵਾਲਾ ਹਿਸਾਬ ਕਿਤਾਬ ਹੈ, ਪੜ੍ਹ ਪੜ੍ਹ ਕੇ ਗੱਡੀ ਲੱਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਹੁਣ ਨਾ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਥੋੜ੍ਹੀ ਚੀਜ਼ ਤਾਂ ਕਿਤੇ ਨਾ ਕਿਤੇ ਸਮਾ ਜਾਂਦੀ ਹੈ। ਅੱਜ ਜਿਹੜਾ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਇਹ ਵੀ ਇਹੀ ਕਾਰਨ ਹੈ। ਕਿਸਾਨਾਂ ਦਾ ਮੁੱਦਾ ਇਹੀ ਚੱਲ ਰਿਹਾ ਨਾ ਵੀ ਫਸਲ, ਪਹਿਲਾਂ ਤਾਂ ਕੋਈ ਸਮਾਂ ਹੁੰਦਾ ਸੀ ਜਦੋਂ ਫਸਲਾਂ ਨਹੀਂ ਸੀ ਹੁੰਦੀਆਂ, ਜਦੋਂ ਫਸਲਾਂ ਨਹੀਂ ਸੀ ਹੁੰਦੀਆਂ, ਥੋੜ੍ਹੀਆਂ ਹੁੰਦੀਆਂ ਸੀ ਤੇ ਆਪਣਾ ਜਿਹੜਾ ਦੇਸ਼ ਹੈ ਇਹ ਭੁੱਖਾ ਮਰਦਾ ਸੀ ਅਨਾਜ ਖੁਣੋਂ। ਅੱਜ ਚਲੋ ਕਿਸਾਨ ਨੇ ਸਾਰੇ ਸਿਸਟਮ ਬਣਾ ਲਏ, ਅੱਜ ਕਿਸਾਨ ਨੇ ਸਾਰੇ ਸਿਸਟਮ ਬਣਾ ਲਏ, ਮੋਟਰਾਂ ਲਵਾ ਲਈਆਂ, ਜ਼ਮੀਨਾਂ ਨੂੰ ਪੱਧਰ ਕਰ ਲਿਆ, ਜ਼ਮੀਨਾਂ ਦੇ ਵਿੱਚ ਜਿਹੜੀ ਚੀਜ਼ ਦੀ ਕਮੀ ਸੀ ਉਹ ਪਾ ਦਿੰਦੇ ਨੇ ਤੇ ਫਸਲ ਵਾਧੂ ਹੁੰਦੀ ਹੈ। ਹੁਣ ਸਾਡੀ ਸਰਕਾਰ ਕਹਿੰਦੀ ਹੈ, ਸਾਡਾ ਦੇਸ਼ ਦਾ ਜਿਹੜਾ ਪ੍ਰਧਾਨ ਹੈ ਉਹ ਕਹਿੰਦਾ ਹੈ ਕਿ ਮੇਰੇ ਕੋਲ ਇੰਨੀ ਲਾਗਤ ਨਹੀਂ ਹੈ, ਇੰਨਾ ਮੈਂ ਰੱਖਣ ਨੂੰ ਜਗ੍ਹਾ ਨਹੀਂ ਹੈ, ਤੇ ਇੰਝ ਕਰੋ ਕਿ ਜ਼ਮੀਨਾਂ ਸਾਨੂੰ ਦੇ ਦਿਓ ਤੇ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਖੇਤੀਬਾੜੀ ਕਰਾਂਗੇ, ਆਪਣੇ ਤਰੀਕੇ ਦੇ ਨਾਲ ਅਸੀਂ ਖੇਤੀਬਾੜੀ ਕਰਾਂਗੇ। ਤੇ ਕਿਸਾਨ ਨੇ ਬੜੀ ਮਿਹਨਤ ਦੇ ਨਾਲ, ਸਾਡੇ ਬਾਬਿਆਂ ਨੇ, ਸਾਡੇ ਗੁਰੂ ਵਰਸਾਇਆਂ ਨੇ ਬੜੇ ਔਖੇ ਹੋ ਕੇ ਸਾਡੀਆਂ ਜ਼ਮੀਨਾਂ ਸਾਨੂੰ ਦਿੱਤੀਆਂ ਨੇ। ਪਹਿਲਾਂ
ਰਾਜੇ ਰਾਣਿਆਂ ਕੋਲ ਸੀ, ਕਾਬਜ ਸੀ ਉਹਨਾਂ 'ਤੇ, ਇਹਨਾਂ ਦਾ ਟੈਕਸ, ਇਹਨਾਂ ਦਾ ਮਾਲੀਆ ਲੈਂਦੇ ਸੀ। ਅੱਜ ਉਹ ਸਾਡੇ ਨਾਂ 'ਤੇ ਨੇ ਜ਼ਮੀਨਾਂ, ਅਤੇ ਅੱਜ ਸਾਡੇ ਤੋਂ ਫਿਰ ਖੋਹਣ ਨੂੰ ਫਿਰਦੇ ਨੇ। ਕਾਰਨ ਅਨਾਜ ਜ਼ਿਆਦਾ ਹੁੰਦਾ, ਅਨਾਜ ਜ਼ਿਆਦਾ ਹੁੰਦਾ, ਤੁਹਾਨੂੰ ਭੁੱਖੇ ਮਾਰਨਾ ਹੈ। ਨੰਬਰ 2 'ਤੇ ਆਪਾਂ ਦੇਖਦੇ ਹੁਣ ਗੁਰਮੁਖ ਪਿਆਰੋ, ਸੀਜ਼ਨ ਵੀ ਬੜਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਸੇ ਕਰਕੇ ਉਹ ਰੋਂਦੇ ਨੇ, ਕਰਲਾਉਂਦੇ ਨੇ ਕਿ ਤੁਸੀਂ ਇਹ ਫਸਲ ਨਾ ਲਾਓ। ਝੋਨੇ ਦੀ ਪਰਾਲੀ ਕਿਸੇ ਕੰਮ ਨਹੀਂ ਆਉਂਦੀ। ਚਲੋ ਥੋੜ੍ਹੀ ਬਹੁਤੀ ਝੋਨੇ ਦੀ ਪਰਾਲੀ ਗੱਤਾ ਬਣ ਜਾਂਦਾ ਹੈ, ਪੇਪਰ ਬਣ ਜਾਂਦਾ ਹੈ, ਥੋੜ੍ਹੀ ਆਉਂਦੀ, ਜ਼ਿਆਦਾ ਨਹੀਂ। ਇਹਨਾਂ ਨੇ ਪਿੱਛੇ ਜੇ ਕਿਹਾ ਮਸ਼ੀਨਾਂ ਬਣਾ ਦਿੱਤੀਆਂ, ਪਰਾਲੀ ਨੂੰ ਇਕੱਠੀ ਕਰਕੇ ਇੱਕ ਥਾਂ 'ਤੇ ਡਿੰਪ ਲਾ ਦਿਓ, ਪਰ ਜਿਹੜੀ ਜਗ੍ਹਾ 'ਤੇ ਡਿੰਪ ਲਾਉਂਦੇ ਨੇ ਉਹ ਵੀ ਜਗ੍ਹਾ ਘਿਰਦੀ ਹੈ, ਉਹ ਵੀ ਸਰਕਾਰ 'ਤੇ ਬੋਝ ਪੈਂਦਾ ਹੈ, ਔਰ ਬਾਅਦ ਵਿੱਚ ਉਹ ਕਿਸੇ ਕੰਮ ਨਹੀਂ ਆਉਂਦੀ, ਉੱਥੇ ਹੀ ਗਲ ਸੜ ਜਾਂਦੀ ਹੈ। ਪਰਾਲੀ ਨੇ, ਇਹਦਾ ਸੁਭਾਅ ਹੈ, ਪਰਾਲੀ ਦਾ ਵੀ ਇਹਨੇ ਮਿੱਟੀ 'ਚ ਮਿੱਟੀ ਹੋਣਾ ਹੈ, ਗਲ ਸੜ ਜਾਂਦੀ ਹੈ, ਕਿਸੇ ਕੰਮ ਨਹੀਂ ਆਉਂਦੀ। ਪਹਿਲਾਂ ਮਸ਼ੀਨਾਂ ਨਾਲ ਕੱਟੀ ਜਾਂਦੀ ਹੈ, ਫਿਰ ਉਹਨੂੰ ਲੱਦ ਕੇ ਲੇਬਰ ਲੈ ਕੇ ਜਾਂਦੀ, ਕਿਰਾਇਆ ਲੱਗਦਾ ਹੈ, ਫਿਰ ਉਹਨੂੰ ਲਾਹਿਆ ਜਾਂਦਾ ਹੈ, ਫਿਰ ਉਹਨੂੰ ਹੁਣ ਆ ਜਿਹੜੇ ਪਿਛਲੇ ਸਾਲ ਦੇ ਡੈਂਪ ਨੇ ਉਹਨਾਂ ਨੂੰ ਪਤਾ ਨਹੀਂ ਕਿੱਥੇ ਸਿੱਟੀ ਜਾਂਦੇ ਨੇ, ਲਿਜਾ ਉਹ ਖਾਲੀ ਕਰਨਗੇ ਅਤੇ ਨਵੀਂ ਪਰਾਲੀ ਜੋੜਨੀ ਹੈ। ਆਪਾਂ ਦੇਖਦੇ ਨਾ ਕਈ ਸਥਾਨਾਂ 'ਤੇ, ਹੁਣ ਉਹ ਕਿਸੇ ਕੰਮ ਨਹੀਂ ਆਉਂਦੀ, ਪਰਾਲੀ ਕਿਸੇ ਕੰਮ ਨਹੀਂ। ਹਜੇ ਕਣਕ ਦਾ ਜਿਹੜਾ ਨਾੜ ਹੁੰਦਾ ਹੈ, ਇਹਦੀ ਆਪਾਂ ਤੂੜੀ ਬਣਾ ਲੈਂਦੇ, ਤੂੜੀ ਡੰਗਰਾਂ ਦੇ ਖਾਣ ਦੇ ਕੰਮ ਆਉਂਦੀ। ਵੈਸੇ ਤਾਂ ਪਰਾਲੀ ਵੀ ਆਉਂਦੀ, ਪਰ ਪਰਾਲੀ ਨਹੀਂ ਜ਼ਿਆਦਾ ਪਾਈ ਜਾਂਦੀ। ਕਿਉਂ ਨਹੀਂ ਪਾਈ ਜਾਂਦੀ? ਕਿ ਡੰਗਰਾਂ ਦੀ ਅਰਥ ਅਵਸਥਾ ਜਿਹੜੀ ਉਹਨਾਂ ਦੀ ਅੰਦਰ ਦੀ ਹੈ ਉਹ ਖਰਾਬ ਹੋ ਜਾਂਦੀ ਹੈ, ਜ਼ਿਆਦਾ ਨਹੀਂ ਪਾਉਂਦੇ ਆਪਾਂ। ਇਸ ਕਰਕੇ ਗੁਰਮੁਖ ਪਿਆਰਿਓ, ਗੁਰੂ ਸਾਹਿਬ ਜੀ ਕਹਿੰਦੇ ਵੀ ਗੱਡੀਆਂ ਲੱਦ ਕੇ ਭਰ ਕੇ ਇੱਕ ਥਾਂ 'ਤੇ ਡਿੰਪ ਲੱਭ, ਕੰਮ ਕਿਸੇ ਨਾ ਆਈ, ਕੰਮ ਕਿਸੇ ਨਾ ਆਈ। ਗੁਰੂ ਸਾਹਿਬ ਜੀ ਕਹਿੰਦੇ ਤੂੰ ਸਾਰੇ ਗ੍ਰੰਥ ਪੜ੍ਹ ਲਏ ਦੁਨੀਆ ਦੇ, ਪੜ੍ਹੀ ਜਾਣਾ। ਇਸ ਦੇ ਨਾਲ ਗਿਆਨੀ ਸੰਤ ਮਸਕੀਨ ਜੀ ਕਹਿੰਦੇ ਵੀ ਅਸੀਂ ਬੜੇ ਬੰਦਿਆਂ ਨੂੰ ਦੇਖਦੇ ਰਹੇ ਵੀ ਉਹ 5 ਜਪਜੀ ਸਾਹਿਬ ਦੇ ਪਾਠ ਕਰਦਾ ਹੈ, 10 ਪਾਠ ਕਰਦਾ ਹੈ, 50 ਪਾਠ ਕਰਦਾ ਹੈ। ਸੁਖਮਨੀ ਸਾਹਿਬ ਦੇ ਵੀ ਇਸ ਤਰ੍ਹਾਂ ਹੀ 5 10 20 ਪਾਠ ਕਰਦਾ ਹੈ ਰੋਜ਼ਾਨਾ ਦੀ, ਪਰ ਅਸਰ ਇੱਕ ਦਾ ਵੀ ਨਹੀਂ ਹੈ ਉਹਦੇ 'ਤੇ। ਅਸਰ ਉਹਨੇ ਗਿਣਤੀਆਂ ਮਿਣਤੀਆਂ ਤੇ ਪੜ੍ਹਨ ਦੇ ਨਾਲ ਹੀ ਸੰਬੰਧ ਰੱਖਿਆ, ਪਰ ਰੱਬ ਦੀ ਗੱਲ ਨਾ ਸੁਣੀ ਤੇ ਨਾ ਮੰਨੀ। ਹੁਣ ਇੱਥੇ ਗੁਰੂ ਸਾਹਿਬ ਜੀ ਕਹਿ ਰਹੇ ਨੇ, ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ। ਗੁਰੂ ਸਾਹਿਬ ਜੀ ਨੇ ਬੜੇ ਸੋਹਣੇ ਸਪਸ਼ਟਾਂ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ। ਲੱਦੀਏ ਦਾ ਮਤਲਬ ਲੱਦੀਆਂ ਜਾਣ ਵਾਲੀਆਂ ਪੜ੍ਹੀਆਂ ਹੋਈਆਂ ਪੁਸਤਕਾਂ, ਗੱਡੀਆਂ, ਉਹਨਾਂ ਦੀਆਂ ਗੱਡੀਆਂ ਲੱਦੀਆਂ ਜਾ ਸਕਦੀਆਂ ਨੇ, ਪਰ ਗਿਆਨ ਨਹੀਂ ਆਇਆ। ਭਰੀ ਹੈ, ਭਰ ਲਈ ਦੇ ਸਾਥ ਦਾ ਮਤਲਬ ਢੇਰ ਲਾ ਲਾ। ਗੁਰੂ ਸਾਹਿਬ ਜੀ ਕਹਿੰਦੇ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ। ਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਵੀ ਜੋ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਏ, ਜਾਂ ਜਿਨ੍ਹਾਂ ਦੇ ਢੇਰਾਂ ਦੇ ਢੇਰ ਹੀ ਲਗਾ ਸਕੇ। ਵੀ ਇੰਨੇ ਅਸੀਂ ਗ੍ਰੰਥ ਪੜ੍ਹ ਲਏ, ਪੋਥੀਆਂ ਪੜ੍ਹ ਲਈਆਂ, ਇੰਨਾ ਪਾਠ ਪੜ੍ਹ ਲਿਆ। ਜੇ ਇਤਨੀਆਂ ਪੁਸਤਕਾਂ, ਇੰਨੇ ਗ੍ਰੰਥ ਪੜ੍ਹਨ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਵੀ ਪੜ੍ਹ ਕੇ ਆਹ ਹੀ ਸਿਸਟਮ ਹੋਇਆ, ਪਰ ਸਮਝ ਨਹੀਂ ਆਈ। ਜਿਵੇਂ ਆਪਾਂ ਕਹਿੰਦੇ ਨਾ ਵੀ ਪੜ੍ਹਦੇ ਨੂੰ ਤਾਂ ਇੰਨਾ ਸਮਾਂ ਹੋ ਗਿਆ, ਪਰ 35 ਯਾਦ ਨਾ ਆਈ। ਵੀ ਆਪਾਂ ਕਹਿੰਦੇ ਨਾ ਵੀ ਪੜ੍ਹਦੇ ਨੂੰ ਤਾਂ ਇੰਨਾ ਚਿਰ ਹੋ ਗਿਆ, ਪਰ ਉਹਦਾ ਦਿਮਾਗ ਉਹਨੂੰ ਯਾਦ ਨਹੀਂ ਆ ਰਹੀ। ਹੁਣ ਗੁਰੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਸਦਕਾ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਤੂੰ ਇੰਨੇ ਗ੍ਰੰਥ ਪੜ੍ਹ ਦਿੱਤੇ। ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਚਾਹੀਦੀ ਹੈ, ਪੜ੍ਹ ਕੇ ਜੀਵਨ ਸੋਹਣਾ ਬਣਨਾ ਹੈ। ਪਰ ਪੜ੍ਹਨ ਦੇ ਨਾਲ, ਜਿਵੇਂ ਆਪਾਂ ਦੁਨੀਆ ਦੇ ਉੱਤੇ ਕਹਿੰਦੇ ਆ, ਕੋਈ ਬੰਦਾ ਪੜ੍ਹ ਲਿਖ ਕੇ ਪੜ੍ਹਿਆਂ ਲਿਖਿਆਂ ਵਾਲੇ ਕੰਮ ਨਾ ਕਰੇ ਤੇ ਆਪਾਂ ਕਹਿੰਦੇ ਤੂੰ ਪੜ੍ਹਿਆ ਕਿ ਗਲਿਆ। ਆਪਾਂ ਕਹਿ ਦਿੰਦੇ ਨਾ
ਵੀ ਤੂੰ ਪੜ੍ਹਿਆ ਕਿ ਗਲਿਆ। ਚਲੋ ਪੜ੍ਹਾਈ ਕਰਨ ਵਾਲੇ ਬੰਦੇ ਦੇ ਕੋਲ ਕੀ ਹੁੰਦਾ ਹੈ, ਉਹਦੇ ਮਨ ਵਿੱਚ ਹੁੰਦਾ ਹੈ, ਜਦੋਂ ਪੜ੍ਹ ਗਿਆ, ਕੋਈ ਪੜ੍ਹ ਗਿਆ, ਉਹਨੂੰ ਕੋਈ ਕਾਰੋਬਾਰ ਨਾ ਮਿਲਿਆ, ਕੋਈ ਨੌਕਰੀ ਨਾ ਮਿਲੀ, ਕੋਈ ਕਾਰਨ ਬਣਿਆ, ਬਿਜ਼ਨਸ ਨਾ ਹੁੰਦਾ ਚੱਲਿਆ, ਕੋਈ ਸਿਸਟਮ ਚੱਲਿਆ, ਉਹ ਕਹਿੰਦਾ ਮੈਨੂੰ ਪੜ੍ਹਾਉਣ ਦਾ ਕੀ ਫਾਇਦਾ ਸੀ, ਮੇਰੇ ਪੜ੍ਹਨ ਦਾ ਕੀ ਫਾਇਦਾ। ਜ਼ਿਆਦਾ ਤਾਂ ਪੜ੍ਹੇ ਲਿਖੇ ਵੀ ਗੁਰਮੁਖ ਪਿਆਰੋ ਇਕੱਲੇ ਕਿਸਾਨ ਨਹੀਂ ਸੁਸਾਈਡ ਕਰਦੇ, ਆਤਮ ਹੱਤਿਆ ਕਰਦੇ। ਪੜ੍ਹੇ ਲਿਖੇ ਉਹਨਾਂ ਦੇ ਮਨ ਵਿੱਚ ਕੀ ਹੁੰਦਾ, ਮੇਰੇ ਕੋਲ ਇੰਨੀਆਂ ਡਿਗਰੀਆਂ ਨੇ, ਮੈਂ ਇੰਨਾ ਪੜ੍ਹ ਗਿਆ, ਪੂਰਾ PhD ਕਰ ਲਈ, ਪੋਸਟ ਗ੍ਰੈਜੂਏਟ ਮੈਂ ਬਣ ਗਿਆ। ਵੀ ਮੈਂ ਇੱਕ ਤਾਂ ਗ੍ਰੈਜੂਏਟ ਹੁੰਦਾ, ਇੱਕ ਪੋਸਟ ਗ੍ਰੈਜੂਏਟ ਹੁੰਦਾ ਉੱਚਾ, ਵੀ ਮੈਂ ਇੰਨਾ ਪੜ੍ਹ ਗਿਆ ਪਰ ਮੈਨੂੰ ਨੌਕਰੀ ਨਹੀਂ ਮਿਲੀ, ਮੈਨੂੰ ਕੋਈ ਕੰਮ ਨਹੀਂ ਮਿਲਿਆ, ਮੇਰੇ ਤੋਂ ਘੱਟ ਪੜ੍ਹੇ ਵੇਖੋ ਕਿੱਡਾ ਸੋਹਣਾ ਕੰਮ ਉਹਨਾਂ ਨੂੰ ਮਿਲ ਗਿਆ ਤਾਂ ਕਰਨ ਲੱਗ ਪਏ। ਹੁਣ ਕਈ ਸੁਸਾਇਡ ਪੜ੍ਹੇ ਲਿਖੇ ਵੀ ਕਰਦੇ ਨੇ ਵੀ ਮੈਨੂੰ ਨੌਕਰੀ ਨਹੀਂ ਮਿਲੀ, ਮੈਨੂੰ ਆਹ ਚੀਜ਼ ਨਹੀਂ ਮਿਲੀ, ਮੈਨੂੰ ਕੰਮ ਨਹੀਂ ਮਿਲਿਆ, ਮੇਰੇ ਲੈਵਲ ਦਾ ਜਿੰਨਾ ਮੈਂ ਪੜ੍ਹਿਆ ਸੀ ਉਹ ਲੈਵਲ ਦਾ ਕੰਮ ਨਹੀਂ। ਜ਼ਰੂਰੀ ਨਹੀਂ ਕਿਸੇ ਨੂੰ ਮਿਲੇ ਜਾਂ ਨਾ ਮਿਲੇ, ਕੋਈ ਜ਼ਰੂਰੀ ਨਹੀਂ ਹੈ ਵੀ ਉਹ ਬਣੇ ਜਾਂ ਨਾ ਬਣੇ। ਹੁਣ ਆਪਾਂ ਦੇਖਦੇ ਨਾ ਇਲੈਕਸ਼ਨਾਂ ਦੇ ਵਿੱਚ ਦੋ ਪਾਰਟੀਆਂ ਦੇ ਨੁਮਾਇੰਦੇ ਖੜੇ ਹੁੰਦੇ ਨੇ, ਦੋ ਪਾਰਟੀਆਂ ਦੇ, 3 ਦੇ, 4 ਦੇ, ਜ਼ੋਰ ਤੇ ਸਾਰੇ ਲਾਉਂਦੇ ਨੇ ਨਾ ਵੀ ਮੈਂ ਵੀ ਇਲੈਕਸ਼ਨ ਜਿੱਤ ਜਾਂ, ਪਰ ਜਿੰਦੀ ਕਿਸਮਤ 'ਚ ਹੁੰਦਾ, ਜਿੰਦੇ ਗਲ 'ਚ ਰੱਬ ਨੇ ਝੋਲੀ ਪਾਉਣਾ ਹੁੰਦਾ ਉਹਨੂੰ ਹੀ ਮਿਲਣਾ ਹੁੰਦਾ ਹੈ। ਕਈ ਵਾਰ ਕੋਈ ਬੰਦਾ ਕਹਿੰਦਾ ਮੈਂ 1 ਵੋਟ ਤੇ ਰਹਿ ਗਿਆ, ਮੈਂ 2 ਵੋਟਾਂ ਤੇ ਰਹਿ ਗਿਆ, ਮੈਂ 4 ਵੋਟਾਂ ਤੇ ਰਹਿ ਗਿਆ। ਜੋ ਇਲੈਕਸ਼ਨ ਲੜਦੇ ਨੇ, ਜਿੰਦੀ ਕਿਸਮਤ 'ਚ ਹੁੰਦਾ ਉਹਨੂੰ 1 ਅੱਧੀ ਵੋਟ ਵੱਧ ਪੈ ਜਾਂਦੀ ਹੈ, ਜਿੰਦੀ ਕਿਸਮਤ 'ਚ ਨਹੀਂ ਹੁੰਦਾ ਉਹ ਠੂਠਾ ਨਵਾ ਕੇ ਆ ਜਾਂਦਾ। ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਸਾਨੂੰ ਇਹ ਸਮਝਾਉਣਾ ਕੀਤਾ ਕਿ ਭਾਈ ਤੂੰ ਪੜ੍ਹ ਤੇ ਬਹੁਤ ਲਿਆ, ਪੜ੍ਹ ਤੇ ਇੰਨੀਆਂ ਪੁਸਤਕਾਂ ਲਈਆਂ, ਇੰਨੇ ਗ੍ਰੰਥ ਪੜ੍ਹ ਲਏ, ਪਰ ਤੈਨੂੰ ਸਮਝ ਨਹੀਂ ਲੱਗੀ, ਤੈਨੂੰ ਸਮਝ ਨਹੀਂ ਆਈ ਵੀ ਹੁਣ ਪੜ੍ਹਾਈ ਤਾਂ ਕਰ ਲਈ ਪਰ ਉਹ ਨੌਕਰੀ ਨਹੀਂ ਮਿਲੀ। ਉਸ ਬੰਦੇ ਨੂੰ ਸਮਝ ਨਹੀਂ ਆਈ ਕਿ ਮੇਰੀ ਕਿਸਮਤ ਦੇ ਵਿੱਚ ਨੌਕਰੀ ਨਹੀਂ ਹੈ, ਮੈਂ ਹੋਰ ਕੋਈ ਕੰਮ ਕਰਾਂ। ਚਲੋ ਹੋਰ ਨਹੀਂ ਕੋਈ ਕਰ ਸਕਦਾ, ਜਿਹੜਾ ਮੇਰੇ ਮਾਤਾ ਪਿਤਾ ਕਰਦੇ ਨੇ ਉਹੀ ਕੰਮ ਕਰਾਂ, ਪਰ ਉਹਦੇ 'ਚ ਇਨਸਲਟ ਹੁੰਦੀ ਹੈ। ਲੋਕ ਕੀ ਕਹਿਣਗੇ, ਮਨ ਕੀ ਕਹੇਗਾ, ਲੋਕ ਕੀ ਕਹਿਣਗੇ ਤੇ ਮਨ ਕੀ ਕਹੇਗਾ। ਮਨ ਕੀ ਕਹੇਗਾ, ਲੋਕ ਕੀ ਕਹਿਣਗੇ ਤੇ ਮਨ ਕੀ ਕਹੇਗਾ। ਇਸ ਕਰਕੇ ਗੁਰਮੁਖ ਪਿਆਰਿਓ, ਬੰਦਾ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਪ੍ਰਮਾਤਮਾ ਦੇ ਕਹਿਣ ਤੇ ਨਹੀਂ। ਗੁਰਬਾਣੀ ਕਹਿੰਦੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਉਹਦੇ ਹੁਕਮ ਦੇ ਵਿੱਚ ਚੱਲ। ਪੜ੍ਹਾਈ ਲਿਖੀ ਤੇਰੇ ਕਰਮਾਂ ਦੇ ਵਿੱਚ ਸੀ, ਤੂੰ ਪੜ੍ਹ ਲਿਆ ਲਿਖ ਲਿਆ। ਕਈਆਂ ਦੇ ਉਹ ਵੀ ਕਰਮਾਂ 'ਚ ਨਹੀਂ ਹੁੰਦੀ, ਇਹ ਵੀ ਗੋਡ ਗਿਫਟ ਹੈ। ਪੜ੍ਹਾਈ ਲਿਖਾਈ ਵੀ ਕਈਆਂ ਦੇ ਕਰਮਾਂ ਦੇ ਵਿੱਚ ਨਹੀਂ ਹੁੰਦੀ, ਇਹ ਵੀ ਪ੍ਰਮਾਤਮਾ ਦਾ ਗੋਡ ਗਿਫਟ ਹੀ ਹੈ, ਤੈਨੂੰ ਮਿਲ ਗਿਆ। ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਇਹ ਸਾਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਕਈ ਵਾਰ ਬੰਦਾ ਪੜ੍ਹ ਗੱਡੀ ਲੱਦੀ ਹੈ, ਪੜ੍ਹ ਭਰੀ ਹੈ ਸਾਥ ਵੀ ਉਹਨਾਂ ਪੁਸਤਕਾਂ ਦੇ, ਉਹਨਾਂ ਗ੍ਰੰਥਾਂ ਦੇ, ਉਹਨਾਂ ਪੋਥੀਆਂ ਦੇ ਢੇਰ ਲਾ ਦਈਏ, ਗੱਡੀਆਂ ਭਰੀਆਂ ਜਾ ਸਕਦੀਆਂ ਨੇ, ਪਰ ਪੜ੍ਹ ਬੇੜੀ ਪਾਈ ਐ, ਪੜ੍ਹ ਗੱਡੀ ਐ ਖਾਤ, ਪੜ੍ਹ ਬੇੜੀ ਪਾਈ ਐ। ਗੁਰੂ ਸਾਹਿਬ ਜੀ ਕਹਿੰਦੇ ਬੇੜੀ ਪਾਈ ਦਾ ਮਤਲਬ ਪੜ੍ਹੀਆਂ ਹੋਈਆਂ ਪੋਥੀਆਂ ਨਾਲ ਇੱਕ ਬੇੜੀ ਭਰੀ ਜਾ ਸਕੇ। ਇੱਕ ਬੇੜੀ ਦਾ ਮਤਲਬ ਆਪਾਂ ਸਾਰਿਆਂ ਨੂੰ ਪਤਾ ਹੈ, ਤੇ ਗੱਡੀਆਂ ਗੱਡਾ ਜਾ ਸਕਣ, ਪੂਰੇ ਜਾ ਸਕਣ। ਗੁਰੂ ਸਾਹਿਬ ਜੀ ਕਹਿੰਦੇ ਨੇ ਪੜ੍ਹ ਬੇੜੀ ਪਾਈਐ, ਪੜ੍ਹ ਗੱਡੀਐ ਖਾਤ। ਗੁਰੂ ਸਾਹਿਬ ਜੀ ਕਹਿੰਦੇ ਇੰਨੀਆਂ ਪੁਸਤਕਾਂ ਪੜ੍ਹ ਲੈਣ, ਇੰਨੇ ਗਿਆਨ ਦੇ ਸੋਮੇ ਨੂੰ ਪੜ੍ਹ ਲੈਣ, ਜਿਨ੍ਹਾਂ ਨਾਲ
एक बेड़ी भरी जा सके ते कई खाते पूरे जा सकन। खाते का मतलब आप कहने ना भी वो कोई चीज़ ना मिले आपां आप कहने खूह खाते च पा दिओ, खूह खाते च पा दिओ। खूह खाते का मतलब की है, आप हिसाब किताब कर रहे सी, आप किसी तो धन माल लेना, चलो आप किसी को पैसा आप किसी तो लेना है, आ पैसे महीने तो लेने, आ पैसे इस बंदे तो लेने, आ पैसे मैं इस बंदे तो लेने, आप काउंटिंग करी गए। विच कई बार उस तरह का बंदा आ जाए, वो पता भी काम करवा लिया उन्हें, पैसे तो देने नहीं, तो व्यवहार का पता ही होंगे आपां नूं, दुनियावी दुनिया को पता ही होंगे, व्यवहार का पता ही होंगे भी आह बंदे का व्यवहार आपां नूं परिवार च भी पता होंदा है, नगर च भी पता होंदा है, इलाके च भी पता होंदा है, फलाने बंदे का वार जिहड़ी चीज़ उन्होंने दे दित्ती जां उहदे तो चीज़ कोई लैनी है, कहंदे खूह खाते च पा दे, वो मिलण दा कोई पता नहीं। खूह खाते जा भी जे तां मिल गए तां भी ठीक है, जे ना मिले तो वो खूह खाता कहंदे आपां। गुरु साहब जी कहंदे भी ये पढ़ पढ़ गड्डिया खात, भी उन्होंने किसी चंगे थां ते दबा दिए, वो दबे भी ना जान, भी खूह च भी सिੱਟੇ ना जान, भी इस तरह का सिस्टम बन जाए। भी इन्ना तू पढ़ लिया ਜਿਹੜੀਆਂ तू पुस्तकां ने ना, वो कोई टोया किसी खाते च पाउणियां ने, वो पै नहीं रही, खूह च भी नहीं पै रही, भी इन्नियां तू पढ़ लिया। तो गुरु साहब जी कहते पढ़िया जेते बरसा, बरस पढ़िया जेते मास। गुरु साहब ने यह भी नहीं कहा भी थोड़ा समय तू पढ़ दें, गुरु साहब जी कहते पढ़िया जेते बरस, बरस पढ़िया जेते मास। इत्थे आखिरी अर्थ किया है बरस का मतलब आपां सालों साल, भी 1 साल हो गया, 2 साल हो गया, 4 साल हो गया। गुस्ताखी माफ़ करना, परमात्मा साडे ते कृपा करे सारिआं ते। ये ना गुरमुख प्यारो, परमात्मा साडे ते कृपा करे, सानू समझ लग जाए, थोड़ी जी समझ आ जाए, तो फिर परमात्मा की कृपा हो जाए। साडे च ना कोई ऐब हुंदा, वो साडे च भी हो सकते हैं, जिन्हों असीं कहता ना साडे च, साडे का मतलब साडे च भी कई ऐब हुंदे ने, ते गुरबाणी उहदे ते चोट मारदी, तीर मारदी। गुरबाणी की करती है, चोट मारती है, तीर मारती है। तो आप कहने आ भी अज मेरे ते तवा लग गया, साडे ते नहीं लगता, साडे च माड़े ऐब आ, साडे च माड़ियां चीज़ां, साडे माड़े कर्म ने, साडा कर्म करने का तरीका नहीं, साडी सेवा करने का तरीका सही नहीं, साडे ते नहीं वो लगता। असी दुनिया को कह दें आ तवा मेरे ते ला दिता, आ तवा मेरे ते ला दिता। वैसे तो होना यह चाहिए कि परमात्मा जी आ जिहड़ी गल तुसीं मेरे वास्ते की, मेरे ऐब वास्ते की है, तो गुरु परमात्मा परमेश्वर के अगे अरदास बेनती करनी चाहिए कि सच्चे पातशाह ये मेरे च बहुता भैड़ा ऐब है, जिंदे करके मेरी जिंदगी खराब हो रही है, तो ये ऐब नूं तुसीं खत्म कर सकते हो। परमात्मा कर सकता है ना, बंदे कोल तो कोई पावर नहीं है। जे बंदा खत्म कर सके तो बंदा उस ऐब दे विच क्यों विचर रहा है, बंदे दे वास की गल तां नहीं। असी बजाए गुरु साहब के अगे अरदास बेनती करने के बजाय असी कहने नहीं, गुरबाणी ने गलत कह दिता। गुरमुख प्यारो, राम राय ने औरंगजेब के कोल जाके, सच्चे पातशाह हर राय का बच्चा सी ना, हर राय का ही बच्चा सी राम राय। राम राय ने जाके की कह दिता, राम राय ने जाके की कह दिता सी औरंगजेब नूं, भी उन्हें पता नहीं सी, ज्ञान नहीं सी उन्हें पता। मिट्टी मुसलमान की पेड़े पई कमियार हुंदा, इहदा आखिरी अर्थ तो कुछ होर है, पर वो कहने लग पे भी ये तुहाडे गुरु साहब ने की लिखिया बई, ग्रंथ साहब महाराज दे विच स्टडी की, जदों उन्होंने कहा भी ये तुहाडी मिट्टी मुसलमान की पेड़े पई कमियार, भी असीं उहदे हवाले हुन्ने आ, कमियार दे हवाले हुन्ने आ। ते राम राय ने उत्थे की कह दिता सी,
औरंगजेब नूं खुश करन वास्ते, औरंगजेब नूं खुश करन वास्ते की कह दिता ही, ओए साडे गुरु साहबां ने तो किते गलत लिखिया गया, लिखना सी मिट्टी बेईमान की ते लिख दिता मिट्टी मुसलमान की। ते गुरु हर राय महाराज सच्चे पातशाह कहंदे सी राम राय मेरे मत्थे ना लगे। भी गुरु साहब की तुक नूं वो बदलने वाला कौन है? वो गुरु साहब की तुक नूं बदलने वाला। असी कई बार ना गुरबाणी साडे ते अट्रैक्ट कर, साडे ते जानी कि खिचाव कर दी कि बंदिया तू ये ऐब छड्ड दे, गुरु साहब कोल आके माफ़ी। आपां कई बार कहने नहीं, कई बार सानू कह देंदे ने, बाकी तो चलो गुरु साहब ने तो कहना है, सानू भी कई कह देंदे ने भी ये जान बुझ के ये साडे च ऐब है ते जान बुझ के ये गल कही गई। असी तो गुरमुख प्यारो गुरबाणी के मुताबक, गुरबाणी के मुताबक हुण जिवें आया गुरु साहब जी ने कहा कि पढ़ी है जेते बरस, बरस का मतलब सालों साल, भी जिन्हें कई साल पढ़ता रहा। हुण गुस्ताखी माफ़ करना, कईयां नूं ये बड़ा गुस्सा लगना है भी साडे ते ला के गल कीती है। कई बंदे गुरु ग्रंथ साहिब महाराज की बाणी नूं 50 साल हो गए, 60 साल हो गए, 70 साल हो गए पढ़दिआं नूं, पर पता नहीं लग्या भी गुरबाणी की कहती है ते मैं की करदा। उन्होंने गुस्सा ही लगना। हुण क्या गुरबाणी ने, क्या तो गुरबाणी ने ना भी कई साल तू बाणी पढ़ता रहा पर तैनू पता नहीं लग्या। क्या तो गुरबाणी ने है ना, असी तो नहीं क्या कोलों आपदे। गुरु साहब गुरु नानक देव महाराज सच्चे पातशाह ने कहा भी पढ़िया जेते बरस, बरस पढ़िया जेते मास। वे कई साल, कोई 50 साल पढ़ता रहा, कोई 60 साल पढ़ता रहा, कोई 70 साल पढ़ता रहा। क्या तो बाबे नानक ने है ना, असी तो नहीं क्या। ये साडे च ऐब है भी असी पढ़ते रह पर सिक्ख्या कुछ ना। असी पढ़ते रह पर सिक्ख्या कुछ नहीं। हुण कौन कह रहा? बाबा नानक कह रहा है। तो हुण जिहड़ा बंदा गुरबाणी पढ़ते नूं 50 साल हो गए, 60 साल हो गए, 70 साल हो गए, वो कहेगा भी ये हजे कल बाणी पढ़न लगे, इन्होंने ज़्यादा समझ लग गई। ये गुरबाणी असी तो नहीं कह रहे, गुरबाणी कह रही है। और इस तरीके ये साडे ते भी लागू है। वैसे रोज़ गुरबाणी पढ़ लीए, गुरबाणी की स्टडी कर लीए, पर गुरबाणी की गल मनीए ना। गुरबाणी नूं पढ़ लईए, सुन लईए, मनीए ना। ये साडे ते भी आउंदा है। कला किते वो तो नहीं भी जिहड़े बंदे ने यह काम किया भी 50-60 साल 70 साल पढ़ते नूं हो गया, उन्हें गुरबाणी नहीं मनी, उनके वास्ते ही है। साडे वास्ते भी उदों ज़्यादा है, साडे वास्ते भी उदों ज़्यादा है भी असी पढ़ते हैं। असी गुरु साहब की गुरबाणी की स्टडी करके असी जिन्ना सानू पता है उन्ना क गां सी। गुरु साहब की सारे इहो जिहा काम, गुरबाणी का हुक्म है भी सारे इहो जिहा काम कर नहीं सकते, और जिहड़ा बंदा कोशिश करेगा वह करदा है। ये साडे ते भी उन्ना ही है जिन्ना किसी होर बंदे वास्ते। पर समझण वास्ते जे समझ आ जावे, ये साडे वास्ते कह दिता। कई बंदे सानू मिलते ने, आ तां अज भाई मेरे ते ही तवा लाता, अज तां मेरे ते, वो साडे वास्ते भी उही है। इसे करके गुरु साहब की गुरबाणी ने समझाउणा कीता है कि पढ़िया जेते बरस, बरस का मतलब होंदा साल, सालों साल। गुरु साहब ने की किया, क्योंकि 2 बारी किया, पढ़िया जेते बरस, पढ़िया जेते मास। मास का एक अखरी अर्थ प्रोफैसर साहिब सिंह जी ने कहा, भावें साल पढ़ता रहे तो भावें महीने पढ़ता रहे। मास का, मास नूं माह भी कहते हैं। गुरु साहब जी ने इस नूं समझाउणा कीता है, महीनिਆਂ ਦੇ महीने पढ़ता रहे, सालां दे साल पढ़ता रहे, पर खड़ा तू उत्थे दा उत्थे जिथे पहलां सी। खड़ा तू उत्थे दा उत्थे ही है जिथे पहलां सी।
ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਇਹ ਸਾਨੂੰ ਸਮਝਾਉਣਾ ਕੀਤਾ ਹੈ, ਬਾਬੇ ਨਾਨਕ ਨੇ ਸਮਝਾਉਣਾ ਕੀਤਾ ਹੈ ਕਿ ਭਾਈ ਤੂੰ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰ ਦਿੱਤੇ, ਪੜ੍ਹ ਪੜ੍ਹ ਕੇ ਸਾਲਾਂ ਦੇ ਸਾਰੇ ਮਹੀਨੇ ਬਤਾ ਦਿੱਤੇ ਸਾਰੇ। ਵੀ ਜਿਵੇਂ ਹੁਣ ਆਪਾਂ ਅੱਜ ਦਾ ਦਿਨ ਆਪਣਾ ਲੰਘ ਹੀ ਜਾਣਾ, ਗੁਰਬਾਣੀ ਵੀ ਅਸੀਂ ਪੜ੍ਹ ਲਈ, ਸਾਰਾ ਕੁਝ ਕਰ ਲਿਆ, ਵਿਚਾਰ ਵੀ ਕਰ ਲਈ, ਅਸੀਂ ਉਦੋਂ ਬਾਅਦ ਜਾ ਕੇ ਮਾੜੇ ਕਰਮ ਗੁਰਬਾਣੀ ਦੇ ਮੁਤਾਬਕ ਆਪਣਾ ਜੀਵਨ ਨਹੀਂ ਜੀਆ, ਮਾੜੇ ਕਰਮ ਕਰਨ ਲੱਗ ਪਏ, ਕਿਸੇ ਦਾ ਢਿੱਡ ਵੱਢਣ ਲੱਗ ਪਏ, ਕਿਸੇ ਦੇ ਨਾਲ ਮਾੜੇ ਕਰਮ ਕਰਨ ਲੱਗ ਪਏ। ਰੱਬ ਨੇ ਕਹਿਣਾ ਪੜ੍ਹੀ ਚੱਲ, ਪੜ੍ਹੀ ਚੱਲ, ਕੋਈ ਗੱਲ ਨਹੀਂ। ਰੱਬ ਨੇ ਕਹਿਣਾ ਪੜ੍ਹੀ ਚੱਲ, ਪੜ੍ਹੇ। ਉਹ ਦਿਨ ਤਾਂ ਲੰਘ ਹੀ ਜਾਣਾ, ਦਿਨ ਵੀ ਲੰਘ ਗਿਆ, ਫਿਰ ਹਫ਼ਤਾ ਵੀ ਲੰਘ ਗਿਆ, ਫਿਰ ਮਹੀਨੇ ਵੀ ਲੰਘ ਗਏ, ਸਾਲ ਵੀ ਲੰਘ ਗਏ। ਆਪਾਂ ਕਈ ਵਾਰ ਬੰਦੇ ਨੂੰ ਕਹਿ ਦਿੰਦੇ ਨਾ, ਦੁਨਿਆਵੀ ਦੁਨੀਆ ਨੂੰ, ਯਾਰ ਤੈਨੂੰ ਇੰਨਾ ਚਿਰ ਹੋ ਗਿਆ ਪੜ੍ਹਦੇ ਨੂੰ, ਤੈਨੂੰ ਕੋਈ ਸਮਝ ਤਾਂ ਆਈ ਨਹੀਂ, ਤੈਨੂੰ ਕੋਈ ਗਿਆਨ ਤੇ ਆਇਆ ਨਹੀਂ। ਇਵੇਂ ਬਾਬਾ ਨਾਨਕ ਕਹਿੰਦਾ ਹੈ, ਉਹ ਕਈ ਸਾਲ ਤੂੰ ਪੜ੍ਹਦਾ ਰਿਹਾ, ਕਈ ਸਾਲ ਤੂੰ ਕਈ ਮਹੀਨੇ ਪੜ੍ਹਦਾ ਰਿਹਾ। ਹੁਣ ਕਈ ਬੰਦੇ ਨਾ, ਜੇ ਕਿਸੇ ਬੰਦੇ ਨੇ ਕਹਿ ਦਿੱਤਾ ਵੀ 11 ਦਿਨ ਗੁਰਦੁਆਰੇ ਜਾਣਾ, 11ਵੇਂ ਦਿਨ ਜਾਣਾ, 12ਵੇਂ ਦਿਨ ਬਾਬਾ ਉੱਥੋਂ ਛੁੱਟੀ ਤੇ ਹੈ, ਬਾਬਾ ਉੱਥੋਂ ਛੁੱਟੀ ਤੇ, 31 ਦਿਨ ਜਾਣਾ, 31 ਦਿਨ ਹੀ ਜਾਣਾ, 32ਵੇਂ ਦਿਨ ਨਹੀਂ ਜਾਣਾ। ਚਲੋ ਉਸ ਬੰਦੇ ਦਾ ਜਿਹਨੇ ਕਿਹਾ ਹੋਵੇਗਾ ਉਹਦਾ ਇਹ ਸਿਸਟਮ ਹੋਵੇਗਾ, ਸ਼ਾਇਦ ਉਹ ਗਿਆਨਵਾਨ ਵੀ ਹੋ ਸਕੇ ਵੀ ਇਹ 11 ਦਿਨ ਜਾਏ, 12ਵੇਂ ਦਿਨ ਆਪਣੇ ਜੀ ਕਰੇਗਾ, ਸੰਗਤ ਵਿੱਚ ਜਾਏਗਾ, ਬੈਠੇਗਾ, ਕੋਈ ਗੁਰੂ ਦੀ ਗੱਲ ਸੁਣੇਗਾ, ਇਹਦਾ ਵੀ ਜੀਵਨ ਸੋਹਣਾ ਬਣ ਜਾਏਗਾ। ਇਹ 31 ਦਿਨ ਜਾਏ, 32ਵੇਂ ਦਿਨ ਆਪਣੇ ਆਪ ਹੀ ਆਟੋਮੈਟਿਕ ਇਹਨੂੰ ਸ਼ਾਇਦ ਗੇਜ ਪੈ ਜੇ। ਪਰ ਅਸੀਂ ਮਤਵਲ, ਅਸੀਂ ਕਹਿੰਦੇ ਆ ਜਾਂ ਮੋਹ 'ਚ ਬੱਧੇ ਹੋਏ, ਲੋਭ ਤੇ ਮੋਹ ਦੇ ਵਿੱਚ ਅਸੀਂ ਮਤਵਲ ਦੇ ਨਾਲ ਵੀ ਸਾਨੂੰ ਇੰਨੇ ਕੁ ਮਤਵਲ ਸਾਨੂੰ ਕਿਸੇ ਨੇ ਕਹਿ ਦਿੱਤਾ, ਇੰਨਾ ਕਿ ਸਾਨੂੰ ਮਤਵਲ ਸੀ, ਉਦੋਂ ਵੱਧ ਨਹੀਂ। ਤੇ ਗੁਰਬਾਣੀ ਤਾਂ ਕਹਿੰਦੀ ਵੀ 24 ਘੰਟੇ ਹੀ ਪ੍ਰਮਾਤਮਾ ਨੂੰ ਧਿਆਈ ਚੱਲ। ਗੁਰਦੁਆਰਾ ਸਾਹਿਬ ਤਾਂ ਬਸ ਸਿੱਖਣ ਵਾਸਤੇ ਹੋਣਾ ਹੈ, ਗੁਰ ਉਪਦੇਸ਼ ਹੈ, ਗੁਰੂ ਦਾ ਉਪਦੇਸ਼ ਆਪਾਂ ਆਪਣੇ ਮਨ ਦੇ ਵਿੱਚ ਦ੍ਰਿੜ ਕਰਨਾ ਵੀ ਬਾਬਾ ਨਾਨਕ ਦੀ ਬਾਣੀ ਸਾਨੂੰ ਕੀ ਕਹਿ ਰਹੀ ਹੈ, ਉਹਦੇ ਮੁਤਾਬਕ ਆਪਣਾ ਜੀਵਨ ਜੀਣਾ। ਅਸੀਂ ਤਾਂ ਗੁਰੂ ਕੋਲੋਂ ਉਪਦੇਸ਼ ਲੈ ਕੇ ਜਾਣਾ ਹੈ, ਹੋਰ ਕੋਈ ਇਹ ਨਹੀਂ ਵੀ ਆਣ ਕੇ ਫੇਰੇ ਤੋਰੇ ਹੀ, ਜਿਵੇਂ ਗੁਰੂ ਸਾਹਿਬ ਨੇ ਕਹਿਤਾ ਸਾਲਾਂ ਸਾਲ ਗੁਰੂ ਸਾਹਿਬ ਦੇ ਫੇਰੇ ਕੱਢ ਕੇ ਤੇ ਅਸੀਂ ਮੱਥੇ ਟੇਕ ਕੇ ਤੇ ਕੋਈ ਮਨ ਦੇ ਵਿੱਚ ਕੋਈ ਚੀਜ਼ ਨਾ ਲੈ ਕੇ ਗਏ। ਤੇ ਗੁਰੂ ਸਾਹਿਬ ਜੀ ਨੇ ਇਹ ਸਮਝਾਉਣਾ ਕੀਤਾ ਸਾਨੂੰ ਕਿ ਭਾਈ ਭਾਵੇਂ ਸਾਲਾਂ ਦੇ ਸਾਲ ਬਾਣੀ ਪੜ੍ਹਦਾ ਰਹੇ, ਮਹੀਨਿਆਂ ਦੇ ਮਹੀਨੇ ਸਾਲਾਂ 'ਚ ਖਤਮ ਕਰ ਦਿੱਤੇ, ਪਰ ਤੈਨੂੰ ਸਮਝ ਨਹੀਂ ਲੱਗੀ। ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਹੁਣ ਤੱਕ ਬਾਬੇ ਨਾਨਕ ਨੇ ਸਿਰੇ ਹੀ ਗੱਲ ਲਾ ਦਿੱਤੀ। ਆਪਾਂ ਤਾਂ ਗੱਲ ਕੀਤੀ ਨਾ 50, 60, 70 ਸਾਲ ਦੀ। ਬਾਬਾ ਨਾਨਕ ਕਹਿੰਦਾ ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਹਸ। ਬਾਬਾ ਆਰਜਾ ਦਾ ਮਤਲਬ ਉਮਰ, ਵੀ ਸਾਰੀ ਉਮਰ ਗਵਾਲੀ ਜ਼ਿੰਦੜੀ ਹੈ, ਜਹਾਨ ਵਿੱਚੋਂ ਕੁਛ ਨਹੀਂ ਖੱਟਿਆ, ਸਾਰੀ ਉਮਰ ਗੁਰਬਾਣੀ ਪੜ੍ਹਦਾ ਰਿਹਾ ਪਰ ਪਤਾ ਨਹੀਂ ਲੱਗਿਆ। ਸਾਰੀ ਉਮਰ ਗੁਰਬਾਣੀ ਪੜ੍ਹਦਾ ਰਿਹਾ ਜਾਂ ਐਜੂਕੇਟਡ ਬਣਦਾ ਰਿਹਾ, ਸਿੱਖਣ ਦਾ ਬੜਾ ਕੋਸ਼ਿਸ਼ ਕੀਤੀ, ਮੈਂ ਆਹ ਵੀ ਪੜ੍ਹਨਾ, ਮੈਂ ਆਹ ਵੀ ਪੜ੍ਹਨਾ, ਮੈਂ ਆਹ ਪੁਸਤਕ ਪੜ੍ਹਨਾ, ਮੈਂ ਆਹ ਪੜ੍ਹਨਾ, ਮੈਂ ਆਹ ਪੜ੍ਹਨਾ। ਵੀ ਇੰਨਾ ਪੜ੍ਹ ਲਿਆ, ਸਾਰੀ ਉਮਰ ਪੜ੍ਹਦਾ ਰਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਜਿੰਨੇ ਸਵਾਸ ਸੀ, ਜਿੰਨੇ ਸਵਾਸ, ਪੜ੍ਹਨਾ ਕਾਹਦੇ ਵਾਸਤੇ ਸੀ, ਗਿਆਨ 'ਚ ਵਾਧਾ ਹੋਵੇ, ਗਿਆਨ ਕਾਹਦੇ ਵਾਸਤੇ ਲੈਣਾ ਸੀ। ਬਾਬੇ ਨਾਨਕ ਦੀ ਬਾਣੀ ਵੀ ਆਪਾਂ ਪੜ੍ਹ ਕੇ ਗਏ, ਗਿਆਨ ਕਾ ਬੱਧਾ ਮੰਦ ਰਹੇ ਗੁਰਬਿਨ ਗਿਆਨ ਨਾ ਹੋਏ। ਬਾਬੇ ਨਾਨਕ ਦੀ ਬਾਣੀ ਵੀ ਕਹਿੰਦੀ ਹੈ ਕਿ ਗਿਆਨ ਕਾ ਬੱਧਾ ਮੰਦ ਰਹੇ ਗੁਰਬਿਨ ਗਿਆਨ ਨਾ ਹੋਏ। ਪੜ੍ਹੇ ਤੋਂ ਵਗੈਰਾ ਤਾਂ ਗਿਆਨ ਨਹੀਂ ਆਉਣਾ, ਪੜ੍ਹਾਂਗੇ ਤੇ ਫਿਰ ਹੀ ਗਿਆਨ ਹੋਣਾ। ਜਿਹੜੀ ਦੁਨਿਆਵੀ ਭਾਸ਼ਾ ਆਪਾਂ ਕਾਹਦੇ ਵਾਸਤੇ ਪੜ੍ਹਦੇ, ਕਾਹਦੇ ਵਾਸਤੇ ਸਕੂਲੇ ਜਾਂਦੇ, ਵੀ ਸਾਨੂੰ ਦੁਨੀਆ ਦੇ ਸਾਰੇ ਵਰਲਡ ਦੀ ਜਾਣਕਾਰੀ ਆ ਜਾਵੇ, ਸਾਨੂੰ ਪੜ੍ਹਨਾ ਆ ਜਾਏ, ਸਾਨੂੰ ਸੁਣਨਾ ਆ ਜਾਏ, ਸਾਡਾ ਜੀਵਨ ਉਹੋ ਜਿਹਾ ਬਣ ਜਾਏ। ਤੇ ਗੁਰੂ ਪ੍ਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਇਹ ਸਾਨੂੰ ਸਮਝਾਉਣਾ ਕੀਤਾ ਹੈ, ਗਿਆਨ ਤੈਨੂੰ ਆਉਣਾ ਤਾਂ ਹੀ ਹੈ। ਬਾਬਾ ਨਾਨਕ ਹੀ ਕਹਿੰਦਾ ਹੈ ਨਾ, ਜੇ ਸੋ ਚੰਦਾ ਉਗਵੈ, ਦੂਜੇ ਪਾਤਸ਼ਾਹ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੁਰ ਅੰਧਾਰ।
ਵੀ ਗੁਰੂ ਦਾ ਗਿਆਨ ਤੈਨੂੰ ਤਾਂ ਗੁਰੂ ਤੋਂ ਲਵੇਂਗਾ, ਗਿਆਨ ਤੇਰੇ ਹਿਰਦੇ 'ਚ ਆਉਣਾ ਹੈ, ਤਾਂ ਤੇਰੇ ਖੋਪੜ ਦੇ ਵਿੱਚ ਗਿਆਨ ਪੈਣਾ ਹੈ। ਤੇ ਗੁਰੂ ਦੇ ਗਿਆਨ ਨੇ ਫਿਰ ਤੇਰੇ ਮਨ ਨੂੰ ਬੰਨ੍ਹ ਕੇ ਰੱਖਣਾ ਹੈ। ਤੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਪੜ੍ਹਨ ਦੇ ਵਿਸ਼ੇ ਤੇ ਅੱਜ ਗੱਲ ਕੀਤੀ। ਗੁਰੂ ਸਾਹਿਬ ਜੀ ਨੇ ਕਹਿੰਦਾ ਭਾਵੇਂ ਤੁਸੀਂ ਸਾਰੀ ਉਮਰ ਪੜ੍ਹਦੇ ਰਹੋ, ਸਾਰੀ ਉਮਰ ਦਾ ਮਤਲਬ ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ, ਪਰ ਪੜ੍ਹ ਕੇ ਲੇਖੇ 'ਚ ਉਹ ਪੈਣਾ। ਗੁਰੂ ਸਾਹਿਬ ਜੀ ਨੇ ਕੀ ਕਿਹਾ ਸਾਨੂੰ ਖੀਰਲੀਆਂ ਪੰਕਤੀਆਂ ਦੇ ਵਿੱਚ? ਬਾਬੇ ਨਾਨਕ ਨੇ ਸਾਨੂੰ ਕੀ ਕਹਿਣਾ ਕੀਤਾ ਹੈ? ਨਾਨਕ ਲੇਖੇ ਇੱਕ ਗੱਲ, ਬਾਬਾ ਨਾਨਕ ਕਹਿੰਦਾ ਨਾਨਕ ਲੇਖੇ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਬਸ ਜੇ ਗੁਰੂ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਜੁੜ ਕੇ ਪਰਮਾਤਮਾ ਨੂੰ ਚੇਤੇ ਰੱਖ ਕੇ ਆਪਣੀ ਜ਼ਿੰਦਗੀ ਨੂੰ ਜੀਵੇਂਗਾ, ਇਹ ਗੱਲ ਲੇਖੇ ਪੈਣੀ ਹੈ। ਬਾਕੀ ਸਭ ਜੋ ਮਰਜ਼ੀ ਤੂੰ ਇੱਥੇ ਦੁਨੀਆ ਤੇ ਜਹਾਜ਼ ਬਣਾ ਬਣਾ ਕੇ ਉਡਾ ਦੀ, ਤੋਹਫਾ ਬਣਾ ਦੀ, ਮਜ਼ਾਈਲਾਂ ਬਣਾ ਦੀ, ਕੋਈ ਗੱਲ, ਬਾਕੀ ਕੀ ਆ? ਹਉਮੈ। ਗਿਆਨੀ ਸੰਤ ਮਸਕੀਨ ਜੀ ਕਹਿੰਦੇ ਨੇ ਨਾ, ਪਿੰਡਾਂ ਦੇ ਵਿੱਚ ਵੱਡੇ ਵੱਡੇ ਡਾਕਟਰ ਮਿਲ ਜਾਣਗੇ, ਪਿੰਡਾਂ ਦੇ ਵਿੱਚ ਵੱਡੇ ਵੱਡੇ ਇੰਜੀਨੀਅਰ ਮਿਲ ਜਾਣਗੇ, ਵੱਡੇ ਵੱਡੇ ਵਿਦਵਾਨ ਮਿਲ ਜਾਣਗੇ, ਵੱਡੇ ਵੱਡੇ ਆਪਣੇ ਆਪ ਨੂੰ ਸਾਇੰਸਦਾਨੀ ਮਿਲ ਜਾਣਗੇ, ਬੜਾ ਕੁਝ ਮਿਲ ਜਾਣਗੇ, ਪਰ ਸੰਤ ਨਹੀਂ ਮਿਲੇਗਾ। ਆਪਾਂ ਦੇਖਦੇ ਨਹੀਂ ਜਿਹੜੇ ਆਪੋ ਬਣੇ ਸੰਤ, ਉਹ ਨਹੀਂ, ਜਿਹੜੇ ਰੱਬ ਦੀ ਰਜ਼ਾ ਚੱਲਦੇ ਉਹ ਆ ਸੰਤ। ਧਰਮ ਕੀ ਪੌੜੀ ਕੋ ਵਿਡਭਾਗੀ ਪਾਏ, ਸੰਤ ਕਾ ਮਾਰਗ, ਸੰਤ ਕਾ ਮਾਰਗ, ਗੁਰੂ ਦੇ ਮਾਰਗ ਤੇ ਜਿਹੜੇ ਚੱਲਦੇ ਨੇ ਉਹ ਕੋਈ ਵਿਰਲਾ ਵਿਰਲਾ ਮਿਲੇਗਾ, ਬਾਕੀ ਸਭ ਮਿਲਦੇ ਨੇ। ਹੁਣ ਬਾਬੇ ਨਾਨਕ ਨੇ ਕਿਹਾ ਵੀ ਇੱਕੋ ਹੀ ਗੱਲ ਹੈ, ਪ੍ਰਮਾਤਮਾ ਨੂੰ ਚੰਗੀ ਲੱਗਦੀ, ਬਾਕੀ ਕੋਈ ਗੱਲ ਨਹੀਂ ਚੰਗੀ ਲੱਗਦੀ, ਬਾਕੀ ਤਾਂ ਹਉਮੈ ਹੈ। ਜਿਵੇਂ ਸਾਡੇ ਵਿੱਚ ਵੀ ਕਈ ਕਹਿ ਦਿੰਦੇ ਨੇ ਅਸੀਂ ਕੌਣ ਹੁੰਨੇ ਬਈ? ਅਸੀਂ ਗੁਰਬਾਣੀ ਪੜ੍ਹਦੇ, ਮੈਂ ਗੁਰਦੁਆਰਾ ਸਾਹਿਬ 50 ਸਾਲ ਸੇਵਾ ਕੀਤੀ, ਮੈਂ ਗੁਰਬਾਣੀ ਦੀ ਸਟੱਡੀ ਕੀਤੀ, ਮੈਂ ਇੰਨਿਆਂ ਨੂੰ ਮੈਂ ਗੁਰਬਾਣੀ ਨਾਲ ਇੰਨਿਆਂ ਨੂੰ ਜੋੜਿਆ, ਮੈਂ ਇੰਨਿਆਂ ਨੂੰ ਗੁਰਬਾਣੀ ਬਾਰੇ ਸਿਖਾਇਆ, ਇਹ ਤਾਂ ਮੈਂ ਹੀ ਰਹਿ ਗਈ। ਬਾਬਾ ਨਾਨਕ ਕਹਿੰਦਾ ਨਾ, ਬਾਕੀ ਹੋਰ ਹਉਮੈ ਝਖਣਾ ਝਾਕ। ਜੇ ਅਸੀਂ ਇਹ ਗੱਲਾਂ ਦੇ ਵਿੱਚ ਪੈ ਗਏ, ਫਿਰ ਸਾਡੇ ਪੱਲੇ ਹਉਮੈ ਹੀ ਰਹਿ ਜਾਣੀ ਹੈ, ਰੱਬ ਨਹੀਂ ਰਹਿਣਾ। ਤੇ ਜੇ ਬੰਦਾ ਕਹੇ ਜੋ ਤਿਸ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ, ਜੋ ਪ੍ਰਮਾਤਮਾ ਜੀ ਤੈਨੂੰ ਭਾਉਂਦਾ ਮੇਰੇ ਤੋਂ ਕਰਵਾ ਰਹੇ ਹੈ, ਵੀ ਜੋ ਤੈਨੂੰ ਚੰਗਾ ਲੱਗਦਾ ਹੈ, ਜੋ ਤੈਨੂੰ ਪ੍ਰਮਾਤਮਾ ਜੀ ਚੰਗਾ ਲੱਗਦਾ ਉਹ ਸਰੀਰ ਤੋਂ ਕਰਵਾ ਰਹੇ ਹੈ। ਤੇ ਆਪਾਂ ਜ਼ਿਆਦਾਤਰ ਮੈਂ ਦੀ ਸਟੈਂਪ ਤੇ ਕੋਲ ਹੀ ਹੁੰਦੀ ਨਾ, ਬਾਕੀ ਤੇ ਰੱਬ ਦੀ ਬਖਸ਼ਿਸ਼ ਹੁੰਦੀ ਹੈ, ਬਾਕੀ ਰੱਬ ਦੀ ਬਖਸ਼ਿਸ਼ ਹੁੰਦੀ ਹੈ, ਮੈਂ ਦੀ ਸਟੈਂਪ ਤਾਂ ਸਾਡੇ ਕੋਲ ਹੀ ਹੈ। ਮੈਂ ਗੁਰਦੁਆਰਾ ਸਾਹਿਬ ਵਾਸਤੇ ਆਹ ਕੁਛ ਕੀਤਾ, ਮੈਂ ਦੁਨੀਆ ਵਾਸਤੇ ਆਹ ਕੁਛ ਕੀਤਾ, ਬੰਦਿਆ ਨਹੀਂ, ਤੇਰੇ ਤੋਂ ਰੱਬ ਨੇ ਕਰਵਾਇਆ ਹੈ, ਤੇਰੇ ਤੋਂ ਪਰਮਾਤਮਾ ਨੇ ਕਰਵਾਇਆ। ਤੈਨੂੰ ਉਸ ਲੜੀ ਦੇ ਵਿੱਚ ਪਰੋ ਦਿੱਤਾ, ਉਧਰ ਨੂੰ ਜਾਣ ਵਾਸਤੇ ਗੁਰੂ ਸਾਹਿਬ ਨੇ ਮਜਬੂਰ ਕਰ ਦਿੱਤਾ। ਹੁਣ ਗੁਸਤਾਖੀ ਮਾਫ ਕਰਨਾ, ਇੱਕ ਦਿਨ ਇੱਕ ਗੁਰਮੁਖ ਪਿਆਰਾ ਇੰਟਰੋਡਕਸ਼ਨ ਦੇ ਰਿਹਾ ਸੀ, ਆਪਣਾ ਸਿੱਖ ਹੁਸ਼ਿਆਰਪੁਰ ਦਾ ਸੀਗਾ, ਉਹਦੇ ਬੱਚੇ ਸਾਰੇ ਬਾਹਰ ਫੋਰਨ ਕੰਟਰੀ 'ਚ ਨੇ, ਅਮਰੀਕਾ 'ਚ। ਉਹਨੂੰ ਕਹਿੰਦੇ ਵੀ ਤੂੰ ਕਿਉਂ ਨਹੀਂ ਅਮਰੀਕਾ 'ਚ? ਉਹ ਕਹਿੰਦਾ ਮੈਂ ਜਾਣਾ ਤੇ ਮੈਂ ਆ ਜਾਣਾ, ਮੇਰਾ ਜੀ ਨਹੀਂ ਲੱਗਦਾ, ਮੇਰਾ ਜੀ ਨਹੀਂ ਲੱਗਦਾ। ਤੇ ਜਿਹੜਾ ਪੱਤਰਕਾਰ ਸੀ ਉਹ ਕਹਿ ਰਿਹਾ ਸੀ ਵੀ ਦੇਖ ਸਾਰਾ ਪੰਜਾਬ ਤੇ ਬਾਹਰ ਜਾ ਰਿਹਾ ਹੈ, ਤੇਰਾ ਉੱਥੇ ਜੀ ਨਹੀਂ ਲੱਗਦਾ। ਉਹ ਪਤਾ ਅੱਗੋਂ ਕੀ ਕਹਿ ਰਿਹਾ ਸੀ? ਕਹਿੰਦਾ ਮਜਬੂਰੀ ਹੈ, ਪੈਸਾ ਕਮਾਉਣ ਦੀ ਖਾਤਰ ਜੀ ਕਿਸੇ ਦਾ ਨਹੀਂ ਕਰਦਾ ਜਾਣ ਨੂੰ ਬਾਹਰ, ਆਪਣਾ ਪਰਿਵਾਰ ਛੱਡਣ ਦਾ ਕਿਸੇ ਦਾ ਜੀ ਨਹੀਂ ਕਰਦਾ, ਪਰ ਮਜਬੂਰੀ ਹੋ ਗਈ ਹੈ, ਇੱਥੇ ਬਿਜ਼ਨਸ ਨਹੀਂ ਹੈ। ਇੱਕ ਸਾਡੀ ਖੇਤੀ ਸੀ, ਇਹ ਵੀ ਹੁਣ
इहदा भी खजर खराब कर दिता है। ਇਹਦੇ ਚੋਂ ਬਚਦਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿੰਨਾ ਕੁਝ ਬਚਦਾ ਹੈ। ਖੇਤੀਬਾੜੀ ਇਹ ਵੀ ਸਾਡੀ ਹੁਣ ਖੋਹ ਲੈਣ ਲੱਗੇ ਨੇ। ਤੇ ਗੁਰਮੁਖ ਪਿਆਰਿਓ, ਉਹ ਕਹਿੰਦੇ ਸਾਡੀ ਮਜਬੂਰੀ ਕਰਕੇ ਬੱਚੇ ਜਾਂਦੇ ਨੇ। ਪਰ ਜਿਹੜਾ ਸਭ ਤੋਂ ਵਧੀਆ ਕਲਚਰ, ਜਿਹੜਾ ਸਭ ਤੋਂ ਵਧੀਆ ਇੱਥੋਂ ਦਾ ਵਿਰਾਸਤੀ ਸਾਨੂੰ ਮਿਲਿਆ, ਇਹੋ ਜਿਹੀ ਕਿਤੇ ਵੀ ਦੁਨੀਆ ਤੇ ਮਿਲਦੀ ਨਹੀਂ। ਉਹਨੇ ਗੁਰਮੁਖ ਪਿਆਰਾ ਸੀ ਨਾ, ਉਹ ਗੁਰਮੁਖ ਪਿਆਰਾ, ਉਹ ਕਹਿੰਦਾ ਦੇਖੋ ਉੱਥੇ 24 ਘੰਟੇ ਕੰਮ 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 ਕੰਮ। ਬੰਦਾ ਕਹਿੰਦਾ ਮੈਂ ਇੱਥੇ ਆਇਆ ਕੁਛ ਨਾ ਕੁਛ ਕਮਾ ਲਾਂ। ਇੱਥੇ ਕਹਿੰਦਾ ਬੰਦਾ ਘਰੇ ਆਪਣਾ ਥੋੜ੍ਹਾ ਬਹੁਤ ਵਿਹਲਾ ਹੋ ਕੇ ਜਦੋਂ ਕੰਮ ਤੋਂ ਕਿਤੇ ਗੁਰਦੁਆਰੇ ਚਲ ਗਿਆ, ਕਿਤੇ 4 ਬੰਦਿਆਂ ਕੋਲ ਬੈਠ ਗਿਆ ਜਿੱਥੇ ਦੁੱਖ ਸੁੱਖ ਦੀਆਂ ਗੱਲਾਂ ਹੁੰਦੀਆਂ ਨੇ, ਕਹਿੰਦਾ ਉੱਥੇ ਨਹੀਂ ਇਹ ਮਿਲਦਾ। ਆਪਾਂ ਸਾਰਿਆਂ ਨੂੰ ਪਤਾ ਹੈ ਉੱਥੇ ਨਹੀਂ ਮਾਂ ਆਵਾਜ਼ ਮਾਰਦੀ ਵੀ ਰੋਟੀ ਖਾ ਲਾ, ਆਪਣੇ ਆਪ ਹੀ ਰੋਟੀ ਨਾਲ ਸਵੇਰੇ ਪਕਾ ਕੇ ਬੰਨ੍ਹ ਕੇ ਲਿਜਾਣੀ ਪੈਂਦੀ ਨਾਲ। ਉੱਥੇ ਨਹੀਂ ਆਹ ਸਿਸਟਮ ਮਿਲਦਾ ਜਿਹੜਾ ਪੰਜਾਬ 'ਚ ਮਿਲਦਾ ਹੈ। ਉੱਥੇ ਨਹੀਂ ਮਾਂ ਪਿੱਛੋਂ ਫੋਨ ਲਾਉਂਦੀ ਕਿ ਪੁੱਤ ਤੂੰ ਕਿੰਨਾ ਕੁ ਭੁੱਖਾ ਹੈ, ਸਵੇਰ ਦੀ ਕੋਈ ਰੋਟੀ ਖਾਧੀ ਕਿ ਨਹੀਂ ਖਾਧੀ। ਇੱਥੇ ਪਤਾ ਚੱਲ ਜਾਂਦਾ ਮੈਂ ਸਵੇਰ ਦਾ ਕੋਈ ਕਿਤੇ ਕੰਮ ਗਿਆ, ਮਗਰੋਂ ਫੋਨ ਲਾਉਂਦੇ ਵੀ ਤੂੰ ਕਿੱਥੇ ਹੈ, ਰੋਟੀ ਖਾ ਲਈ ਕਿ ਨਹੀਂ ਖਾ ਲਈ। ਉੱਥੇ ਨਹੀਂ ਲਾਉਂਦੇ, ਉੱਥੇ ਕਹਿੰਦੇ ਕੰਮ ਹੀ ਕੰਮ ਹੈ। ਇਹ ਮਜਬੂਰੀ ਕਰਕੇ ਜਾਣਾ ਪੈਂਦਾ, ਮਜਬੂਰੀ ਕਰਕੇ ਜਾਣਾ ਪੈਂਦਾ, ਨਹੀਂ ਤਾਂ ਉਤਰਾਂ ਦਾ ਆਪਣਾ ਜੀਅ ਤਾਂ ਨਹੀਂ ਕਰਦਾ। ਜੇ ਸਾਨੂੰ ਇੱਥੇ ਨੌਕਰੀਆਂ ਮਿਲਣ, ਸਾਨੂੰ ਇੱਥੇ ਸਾਰਾ ਕੁਝ ਸਿਸਟਮ ਸਹੀ ਹੋਵੇ, ਅਸੀਂ ਨਾ ਜਾਈਏ। ਆ ਹੁਣ ਬੰਦਾ ਲੇਬਰ ਦਾ ਕੰਮ ਕਰਦਾ, ਉਹਦੀ ਮਜਬੂਰੀ ਹੁੰਦੀ ਤਾਂ ਹੀ ਕਰਦਾ ਵੀ ਮੈਂ ਕੁਛ ਕਮਾ ਕੇ ਲਿਆਵਾਂਗਾ, ਸ਼ਾਮ ਨੂੰ ਆਪਣੇ ਬੱਚਿਆਂ ਦੇ ਮੂੰਹ 'ਚ ਪਾਵਾਂਗਾ। ਆ ਜਾਨਵਰ ਚੋਗਾ ਚੁਗਣ ਕਾਹਦੇ ਵਾਸਤੇ ਜਾਂਦੇ ਨੇ? ਆਪਣੇ ਆਲਣੇ 'ਚ ਹੀ ਰਹਿਣ। ਚੋਗਾ ਚੁੱਕ ਕੇ ਆਪਣਾ ਵੀ ਢਿੱਡ ਪਾਲਦੇ ਨੇ ਤੇ ਆਪਣੇ ਬੱਚਿਆਂ ਨੂੰ ਵੀ ਦੇਖੋ ਜ਼ਬਾਨ ਦੇ ਵਿੱਚ ਪਾ ਕੇ ਆਪਣੇ ਬੱਚਿਆਂ ਨੂੰ ਵੀ ਲਿਆ ਕੇ ਖਵਾਉਂਦੇ ਨੇ ਪੰਛੀ। ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਇਹ ਸਾਨੂੰ ਸਮਝਾਉਣਾ ਕੀਤਾ ਹੈ ਕਿ ਬਸ ਇੱਕੋ ਹੀ ਗੱਲ ਲੇਖੇ 'ਚ ਆਉਣੀ ਹੈ, ਬਾਕੀ ਸਭ ਤੇਰੀਆਂ ਹਵਾ 'ਚ ਹੈ। ਹਉਮੈ ਕਰੀ ਜਾ, ਹੰਕਾਰ ਕਰੀ ਜਾ। ਹਾਂ, ਸਿਧਾਂਤ ਦੇ ਪੱਖ ਦੀ ਗੱਲ ਕਰਦਾ, ਉਹ ਤੇਰਾ ਹੰਕਾਰ ਨਹੀਂ ਹੈ, ਉਹ ਪਰਮਾਤਮਾ ਦਾ ਸਤਿਕਾਰ ਹੈ। ਜੇ ਤੂੰ ਸਿਧਾਂਤਕ ਗੱਲ ਕਰਦਾ ਕੋਈ, ਉਹ ਹਉਮੈ ਨਹੀਂ ਹੈ, ਉਹ ਪਰਮਾਤਮਾ ਦਾ ਸਤਿਕਾਰ ਹੈ। ਹਉਮੈ ਉਹ ਹੈ ਵੀ ਮੇਰੇ ਤੋਂ ਬਿਨਾ ਮੈਂ ਨਹੀਂ, ਮੈਂ ਹੀ ਕਰ ਸਕਦਾ, ਬਸ ਉਹ ਹਉਮੈ। ਭਲਿਆ ਤੇਰੇ ਤੇ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ, ਜਿਹੜੇ ਕੰਮ ਦੇ ਵਿੱਚ ਤੈਨੂੰ ਲਾ ਦਿੱਤਾ। ਅੱਜ ਸਭ ਤੋਂ ਜ਼ਿਆਦਾ ਅੱਜ ਕੀ ਹੋ ਰਿਹਾ? ਕੱਲ ਇੱਕ ਗੁਰਮੁਖ ਪਿਆਰਾ ਕਹਿ ਰਿਹਾ ਸੀ 1184 ਡੇਰੇ ਹੈ ਪੰਜਾਬ ਦੇ ਵਿੱਚ, 1184 ਡੇਰੇ ਹੈ ਪੰਜਾਬ ਦੇ ਵਿੱਚ। ਕਹਿੰਦਾ ਕਿਹੜਾ ਆਇਆ ਬਾਣੀ ਪੜ੍ਹ ਕੇ, ਕਿਹੜਾ ਆਇਆ ਸਾਹਮਣੇ ਡੇਰੇਦਾਰ ਵੀ ਮੈਂ ਹਾਂ ਵੀ ਮੈਂ ਸ਼ਹਾਦਤ ਦੇ ਦਿਆਂਗਾ, ਰੋਜ਼ ਬਾਣੀ ਪੜ੍ਹਦੇ। ਕਹਿੰਦਾ ਉਹ ਕਹਿੰਦਾ ਮੈਂ ਚਲੋ ਕੇਸ ਨਹੀਂ ਰੱਖੇ, ਮੈਂ ਦਾੜੀ ਨਹੀਂ ਰੱਖੀ। ਕਿਹੜਾ? ਕਹਿੰਦਾ ਜੌਂ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਗਲੀ ਮੋਰੀ ਆਓ, ਇਤ ਮਾਰਗ ਪੈਰ ਧੀ ਰੀਜੈ, ਸਿਰ ਦੀਜੇ ਕਾਣ ਨਾ ਦੀ। ਕੌਣ ਆਉਂਦਾ ਹੈ? ਡੇਰੇ ਜੀ ਧੰਨਵਾਲ ਆ ਰਿਹਾ, ਬਾਣੀ ਨੂੰ ਚੂਨਾ ਲਾ ਕੇ ਵਰਤਿਆ ਜਾ ਰਿਹਾ। ਗੁਰਬਾਣੀ ਨੂੰ ਵੀ ਰੋਟੀ ਕਾਰਨੇ ਪੂਰੇ ਤਾਲ ਸਿਸਟਮ ਚੱਲ ਰਿਹਾ। ਗੁਰੂ ਪਰਮਾਤਮਾ ਪਰਮੇਸ਼ਰ ਦੀ ਬਾਣੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਵੀ ਬਾਕੀ ਕੋਈ ਵੀ ਗੱਲਾਂ ਭਾਵੇਂ ਤੂੰ ਜਿੰਨਾ ਮਰਜ਼ੀ ਪੜ੍ਹ ਲਈ, ਜਿੰਨਾ ਮਰਜ਼ੀ ਸੁਣ ਲਈ, ਜਿੰਨਾ ਚਿਰ ਪ੍ਰਮਾਤਮਾ ਦੀ ਗੱਲ ਨਾ ਮੰਨੀ ਤੇ ਪ੍ਰਮਾਤਮਾ ਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਬਾਬੇ ਨਾਨਕ ਨੇ ਕਿਹਾ ਵੀ ਪੜ੍ਹ ਪੜ੍ਹ ਕੇ ਸਾਰੀ ਉਮਰ ਗਵਾਲਾ ਤੂੰ, ਸਾਰੀ ਉਮਰ ਗਵਾਲਾ, ਪਰ ਜਾਣ ਰੱਬ ਦੀ ਦਰਗਾਹ ਇੱਥੇ ਉਹ ਕੁਛ ਹੀ ਪ੍ਰਵਾਨ ਹੋਣਾ ਜੋ ਪ੍ਰਮਾਤਮਾ ਦੀ ਰਜ਼ਾ ਵਿੱਚ ਚੱਲਦਾ ਹੈ। ਪ੍ਰਮਾਤਮਾ ਦੀ ਸਿਫਤਸਲਾ ਕਬੂਲ ਹੁੰਦੀ ਹੈ। ਪ੍ਰਮਾਤਮਾ ਨੂੰ ਜਿੰਨਾ ਚੇਤੇ ਰੱਖਿਆ ਉਹ ਕਬੂਲ ਹੋਣਾ ਹੈ। ਪ੍ਰਮਾਤਮਾ ਨੂੰ ਚੇਤੇ ਰੱਖ ਕੇ ਜਿੰਨੇ ਕਰਮ ਕੀਤੇ ਨੇ ਉਹ ਕਬੂਲ ਹੋਣੇ ਨੇ। ਬਾਕੀ ਜੇ ਤੂੰ ਕਿਹਾ ਕਿ ਮੇਰੇ ਤੋਂ ਬਿਨਾਂ, ਆਪਾਂ ਤਾਂ ਪਰਿਵਾਰ ਦਾ ਉਹ ਪ੍ਰਮਾਤਮਾ ਨੇ ਸਾਡੀ ਜ਼ਿੰਮੇਵਾਰੀ ਲਾਈ ਹੁੰਦੀ ਹੈ। ਆਪਾਂ ਕਹਿੰਦੇ ਮੇਰੇ ਤੋਂ ਬਿਨਾਂ ਪਰਿਵਾਰ ਨਹੀਂ ਸੀ ਪਲਣਾ, ਮੇਰੇ ਤੋਂ ਬਿਨਾਂ ਜੇ ਮੈਂ ਨਾ ਹੁੰਦਾ ਤੇ ਪਰਿਵਾਰ ਇਤਨਾ ਹੋ ਜਾਣਾ ਸੀ। ਬਾਬਾ ਨਾਨਕ ਕਹਿੰਦਾ ਇਹ ਤੇਰੀ ਹਉਮੈ ਹੈ, ਇਹ ਤੇਰਾ ਹੰਕਾਰ ਹੈ, ਤੇ ਹਉਮੈ ਹੰਕਾਰ ਨੂੰ ਤੂੰ ਆਪਣੇ ਹਿਰਦੇ 'ਚ ਨਾ ਵਸਾ।
इक्को परमात्मा दी, जिसनों बख्शै सिलसिला नानक पातशाही पातशाहों। जे तू बादशाह का बादशाह बनना इस दुनिया के उत्ते, जे परमात्मा के प्रथाएं तू कर्म करेगा, परमात्मा तेरे ते कृपा करेगा। जे परमात्मा तो उल्ट चल के, हुक्म तो उल्ट चल के कर्म करेगा, परमात्मा की सिलसिला ना करेगा, परमात्मा नूं चेते करके ना काम करेगा, होर गल्लां सारियां झक्खण झाक ही है। गुरु बाबा नानक ने यह सानूं समझाउणा कीता है कि परमात्मा की वडियाई तो बिना होर उदम करना, अपनी हौमे विच भटकदे रहना, यह परमात्मा का सिस्टम नहीं है। परमात्मा उन्होंने कबूल नहीं करता। जिन्नी नाम ध्याया गए मशक्कत काल, नानक ते मुख उजलै केती छुट्टी नाल। जिन्नी का मतलब एक बंदा, कोई भी हो सकता है। किसे वो दुनिया के दो आप धर्म बनाए, जातां पातां बनाइया, कर्म बनाए, उन्हां विच कोई भी हो सकता है। तो इस करके गुरु परमात्मा परमेश्वर की बाणी ने सानू ये समझाउणा कीता कि बंदिया कल्ला पढ़न वास्ते ही ना रही, पढ़िए। पढ़ना चाहिए, जरूरी है पढ़ना, पर पढ़ के सुनना उदों भी जरूरी है, सुन के मनना उदों भी उत्तम है। सुनते पनीत कहते पवित्र सतगुरया भरपूरे, बिनवंत नान गुरचरण लागे वाजे अनहद तूरे। सुनेगा तो होर पवित्र होएगा, तो तेरे अंदर वाजे वाजन लग पे अनहद तूरे, फिर परमात्मा ना तेरा सम्मेल हो जाएगा। तो गुरु परमात्मा परमेश्वर साढ़े सारियां ते कृपा करन। असी गुरु परमात्मा परमेश्वर अगे सगों दी किंतु परंतु करन दे कारण करके अपना जीवन व्यर्थ ना गवाइए। आ गुरबाणी ने तो क्या नहीं सी, आ क्यों कह दिता, इस तरह के बड़े सवाल उठते ने। वो गुरमुख प्यारिया, भावें कोई होवे, भावें साडे वर्गा भी होवे, भावें असीं होईए, जे साडे च कोई ऐब आ ना, असीं भी गुरु परमात्मा परमेश्वर अगे बड़ियां अरदासां बेनतियां करदे हां कि परमात्मा जी साडे अंदर जिहड़े माड़े गुण ने उन्हां नूं तुसीं चितारना है, तुसीं उन्हां नूं नष्ट करना है, चंगे मार्ग ते पा दिओ, चंगे मार्ग ते पा दिओ। हजे असीं ये ना कहिए भी असीं विद्वान बन गए तो असीं बड़ा कुछ, असीं तो एक समझ लो भी मिट्टी का किणका भी नहीं है, मिट्टी का किणका नहीं। तो गुरु परमात्मा साडे ते कृपा करे, सानू समझ आ जावे, साडी समझ विच पै जावे गुरु का ज्ञान, ते साडा ध्यान जिहड़ा गुरु के ज्ञान ते अटैक करे, भी जाने कि खिचाव रखे, तो साडे हिरदे दे विच ज्ञान वस के असीं परमात्मा दी प्रताएं अपना जीवन जीए। बाबे नानक ने बाकी गल्लां नूं सारियां नूं कट दिता है। इक्को ही रब दी गल करिया कर बंदा, इक्को ही रब दी गल करिया कर, परमात्मा तेरे ते कृपा करे, परमात्मा दे प्रथाएं साडा जीवन चले, साडा जीवन सोहना बन जावे, परमात्मा साडे ते कृपा कर देवे। सतगुर सच्चे पातशाह की बाणी ने जो सानू समझाउणा कीता है, ये गुरु परमात्मा परमेश्वर अगे अरदास बेनती आपां सारे करिया करिए कि सच्चे पातशाह साडा जीवन जिन्ना असीं जीवन जी रहे हैं, ये गुरबाणी नाल जुड़ जावे, गुरबाणी के मुताबक चले, तो गुरबाणी साडे ते कृपा करे, परमात्मा साडे ते कृपा करे, सानू समझण आ जाके जो असीं समझ दे विच कर्म करने ने वो साडी समझ विच पा दवे कि तू भाई आ कर्म कर, जिंदे करके तेरा भी फायदा होवे, संसार का भी होवे, निरंकार भी खुश हो जावे। ये गुरु परमात्मा परमेश्वर अगे अरदास बेनती प्रार्थना करिया करिए। सतगुरु सच्चे पातशाह की मेहर कृपा सदका गुरमुख प्यारो गुरबाणी दीयां विचारां होईयां, गुरबाणी दीयां विचारां करदियां दास कोलों एक नहीं अनेक प्रकार दीयां त्रुटियां रह गईयां होणगीयां, क्योंकि गुरु ज्ञान के बच्चे हाँ। सतगुरु सच्चे पातशाह ते गुरु की संगत माफ जोगे माफ़ कर देना। अगां तो बाणी पढ़न सुन सेवा सिमरन अते गुरबाणी दीयां विचारां करन दी सतगुरु सच्चे पातशाह आप ही समर्थ बख्शण, सरबत दा भला करन, सब नूं नाम तन देन, सब नूं वडियाइयां बख्शण। नानक नाम चढ़दी कला तेरे पाणे, सरबत दा भला। वाहिगुरू जी का खालसा, वाहिगुरू जी की फतेह। तुदे अगे